जी आਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 5ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਰੇਨਬੋ, ਉਸ ਕਿਤਾਬ ਦਾ ਲੈਸਨ ਨੰਬਰ 8 ਅ ਗਲਿੰਪਸ ਫਰੋਮ ਹਿਸਟਰੀ, ਅਰਥਾਤ ਇਤਿਹਾਸ ਵਿੱਚੋਂ ਇੱਕ ਝਲਕੀ ਜਾਂ ਇਤਿਹਾਸ ਵਿੱਚੋਂ ਇੱਕ ਝਾਤ। ਇਸ ਲੈਸਨ ਦੀ ਜੋ ਰੀਡਿੰਗ ਹੁਣ ਪੜ੍ਹਨਾ ਤੇ ਉਹਦੇ ਅਰਥ, ਉਹਦਾ ਤਰਜਮਾ, ਉਹਦਾ ਉਲਥਾ ਅਸੀਂ ਪਹਿਲੇ ਵੀਡੀਓ ਵਿੱਚ ਕਰ ਚੁੱਕੇ ਹਾਂ ਪਿਆਰੇ ਵਿਦਿਆਰਥੀਓ। ਤੇ ਇਸ ਵੀਡੀਓ ਵਿੱਚ ਉਸ ਲੈਸਨ ਨਾਲ ਜੁੜੀ ਹੋਈ ਜੋ ਐਕਸਰਸਾਈਜ਼ਸ ਨੇ ਉਹ ਸ਼ੁਰੂ ਕਰਨ ਜਾ ਰਹੇ ਹਾਂ। ਸੋ ਪਹਿਲੀ ਜੋ ਐਕਸਰਸਾਈਜ਼ ਹੈ ਉਹਦਾ ਨਾਮ ਹੈ ਲੈਟਸ ਆਨਸਰ, ਆਓ ਜਵਾਬ ਦਈਏ। ਅਰਥਾਤ ਜੇ ਅਸੀਂ ਲੈਸਨ ਨੂੰ ਚੰਗੀ ਤਰ੍ਹਾਂ ਸੁਣ ਲਿਆ ਹੈ, ਪੜ੍ਹ ਲਿਆ ਹੈ, ਸਮਝ ਲਿਆ ਹੈ ਤੇ ਸਾਡੇ ਲਈ ਜਵਾਬ ਦੇਣੇ ਬੜੇ ਸੌਖੇ ਹੋ ਜਾਣਗੇ। ਤੇ ਨਾਲ ਦੇ ਨਾਲ ਹੀ ਇਸ ਐਕਸਰਸਾਈਜ਼ ਵਿੱਚ ਕੁਝ ਤੁਹਾਡੇ ਅਭਿਆਸ ਲਈ ਅੰਗਰੇਜ਼ੀ ਦੇ ਸ਼ਬਦ ਨੇ ਜਿਨ੍ਹਾਂ ਦੇ ਵਾਕ ਬਣਾਉਣੇ ਨੇ, ਉਹਦਾ ਅਭਿਆਸ ਵੀ ਅਸੀਂ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਆਪਣੀ ਨੋਟਬੁੱਕ ਲੈ ਲਓ, ਪੈਨ ਲੈ ਲਓ ਤੇ ਆਪਣੀ ਲੋੜ ਅਨੁਸਾਰ, ਲੋੜ ਦੇ ਮੁਤਾਬਕ ਵੀਡੀਓ ਨੂੰ ਪੌਜ਼ ਕਰ ਕਰਕੇ ਤੁਸੀਂ ਸਾਰੀ ਗੱਲਾਂ ਨੋਟ ਕਰੀ ਜਾਣੀਆਂ ਨੇ ਤਾਂ ਕਿ ਮਗਰੋਂ ਤੁਸੀਂ ਉਹਨਾਂ ਦਾ ਅਭਿਆਸ ਕਰ ਸਕੋ। ਸੋ ਆਓ ਸ਼ੁਰੂ ਕਰੀਏ। ਸੈਕਸ਼ਨ ਏ ਜਿਹੜਾ ਹੈ ਲੈਟਸ ਆਨਸਰ ਦਾ, ਉਹ ਹੈ ਆਨਸਰ ਦੀ ਫੋਲੋਇੰਗ ਕੁਐਸਚਨਸ। ਹੇਠ ਲਿਖੇ ਸਵਾਲਾਂ ਦੇ ਜਵਾਬ ਦਿਓ। ਸੋ ਸਵਾਲਾਂ ਦੇ ਜਵਾਬ ਅਸੀਂ ਲੈਸਨ 'ਚ ਹੀ ਲੱਭਣੇ ਨੇ। ਹਰ ਜਵਾਬ ਦੇ ਥੱਲੇ ਮੈਂ ਇਹ ਜਾਮਣੀ ਰੰਗ ਵਿੱਚ ਜੋ ਲਾਈਨ ਹੈ ਜਾਂ ਇੱਕ ਲਾਈਨ, ਇੱਕ ਪੰਕਤੀ ਜਾਂ ਦੋ ਪੰਕਤੀਆਂ ਨੇ ਜੇ 'ਚੋਂ ਅਸੀਂ ਜਵਾਬ ਲੱਭਣਾ ਹੈ, ਉਹ ਮੈਂ ਲੈਸਨ 'ਚੋਂ ਪਾ ਕੇ ਇੱਥੇ ਟਿਕਾ ਦਿੱਤੀਆਂ ਨੇ। ਸੋ ਇਹਦੇ ਆਧਾਰ 'ਤੇ ਅਸੀਂ ਜਵਾਬ ਤਿਆਰ ਕਰਨਾ ਹੈ, ਠੀਕ ਹੈ। Which was not an ordinary year? ईयर मैंने साल, ordinary मैंने साधारण या आम। ਕਿਹੜਾ ਆਮ ਸਾਲ ਨਹੀਂ ਸੀ? ਸੋ ਸਟਾਰਟਿੰਗ 'ਚ ਲਿਖਿਆ ਕਿਤਾਬ ਦੇ ਲੈਸਨ ਦੇ, The year 1857 was not an ordinary year। ordinary ਦੇਖੋ ਹੈ ਉਹ ਹੈਗਾ, ਇਹ ਨਾउन ਹੈਗਾ ਤੇ ਅੱਗੇ ਐਨ ਇੱਕ ਆਏਗਾ, ਠੀਕ ਹੈ। ordinary, ਜਿਵੇਂ ਮੈਂ ordinary ਨੂੰ ਗੁਰਮੁਖੀ 'ਚ ਲਿਖਾਂਗਾ ਤੇ ਇਹ ਐੜੇ ਤੋਂ ਬਣੇਗਾ। ਤੇ ਮੈਂ ਤੁਹਾਨੂੰ ਸ਼ਾਇਦ ਦੱਸਿਆ ਹੋਇਆ ਪਹਿਲੇ ਕਿ ਇਹ ਜਾਂ ਐਨ ਦੀ ਵਰਤੋਂ ਬਾਰੇ ਜੇ ਫੈਸਲਾ ਕਰਨਾ ਹੋਵੇ ਕਿ ਇਹ ਆਏਗਾ ਜਾਂ ਐਨ ਆਏਗਾ, ਤੇ ਜਿਹੜਾ ਨਾਮ ਹੈਗਾ ਜਾਂ ਨਾਮ ਦੇ ਨਾਲ ਜਿਹੜਾ ਵਿਸ਼ੇਸ਼ਣ ਹੈਗਾ ਉਹਨੂੰ ਗੁਰਮੁਖੀ ਵਿੱਚ ਲਿਖੋ। ਤੇ ਗੁਰਮੁਖੀ ਵਿੱਚ ਲਿਖ ਕੇ, ਜੇ ਉਹ ਗੁਰਮੁਖੀ 'ਚ ਲਿਖ ਕੇ ਊੜਾ ਐੜਾ ਈੜੀ ਤੋਂ ਸ਼ੁਰੂ ਹੋਵੇ ਤੇ ਉਹਦੇ ਅੱਗੇ ਐਨ ਆਏਗਾ, ਤੇ ਜੇ ਊੜਾ ਐੜਾ ਈੜੀ ਨਹੀਂ ਆਉਂਦਾ ਮੋਰੇ ਤੇ ਫਿਰ ਇਹ ਆਏਗਾ, ਠੀਕ ਹੈ, ਇੱਕ ਵਚਨ ਵਾਸਤੇ। ਸੋ the year 1857 was not an ordinary year। ਸੋ 1857 ਦਾ ਜਿਹੜਾ ਸਾਲ ਸੀ ਉਹ ਕੋਈ ਸਧਾਰਨ ਸਾਲ ਨਹੀਂ ਸੀ। ਅੱਗੇ ਚਲੀਏ। ਕੁਐਸਚਨ ਨੰਬਰ 2, who was angry? ਗੁੱਸੇ ਕੌਣ ਸੀ? ਐਂਗਰੀ ਮੈਨੇ ਗੁੱਸੇ, who ਮੈਨੇ ਕੌਣ, ਕੌਣ ਸੀ? with the British rule, ਅੰਗਰੇਜ਼ਾਂ ਦੇ ਰਾਜ ਦੇ ਖਿਲਾਫ, ਅੰਗਰੇਜ਼ਾਂ ਦੇ ਰਾਜ ਦੇ ਖਿਲਾਫ ਗੁੱਸੇ ਕੌਣ ਸੀ? ਸੋ ਕਿਤਾਬ ਦੇ ਲੈਸਨ 'ਚ ਲਿਖਿਆ ਦੀ ਪੀਪਲ ਆਫ ਇੰਡੀਆ ਐਵਰੀਵੇਅਰ ਵਰ ਐਂਗਰੀ ਵਿਦ ਦੀ ਬ੍ਰਿਟਿਸ਼ ਰੂਲ। ਸੋ ਇਹ ਸਾਡਾ ਆਨਸਰ ਆ ਗਿਆ। ਹੂ ਦੀ ਜਗ੍ਹਾ ਆ ਜਾਏਗਾ ਦੀ ਪੀਪਲ ਆਫ ਇੰਡੀਆ ਐਵਰੀਵੇਅਰ ਵਰ। ਸੋ ਇੱਥੇ ਆ ਗਿਆ ਦੀ ਪੀਪਲ ਆਫ ਇੰਡੀਆ ਐਵਰੀਵੇਅਰ ਵਰ ਐਂਗਰੀ ਵਿਦ ਦੀ ਬ੍ਰਿਟਿਸ਼ ਰੂਲ, ਵਰ ਐਂਗਰੀ ਵਿਦ ਦੀ ਬ੍ਰਿਟਿਸ਼ ਰੂਲ। ਅਰਥਾਤ ਅੰਗਰੇਜ਼ਾਂ ਦੇ ਰਾਜ ਦੇ ਖਿਲਾਫ ਭਾਰਤ ਦੇ ਲੋਕ ਹਰ ਥਾਂ ਗੁੱਸੇ ਸੀ। ਆਓ ਅੱਗੇ ਚਲੀਏ। ਕੁਐਸਚਨ ਨੰਬਰ 3, what did the people of India want? ਹੁਣ did ਜਿੱਥੇ ਆ ਜਾਏ ਇਹਦਾ ਮਤਲਬ ਵੀ ਭੂਤਕਾਲ ਦੀ ਗੱਲ ਹੈ, ਬੀਤੇ ਸਮੇਂ ਦੀ ਗੱਲ। ਪੀਪਲ ਮੈਨੇ ਲੋਕ, want ਮੈਨੇ ਚਾਹਣਾ, ਇੰਡੀਆ ਮੈਨੇ ਭਾਰਤ, ਆਫ ਇੰਡੀਆ, ਪੀਪਲ ਆਫ ਇੰਡੀਆ ਇੰਡੀਆ ਦੇ ਲੋਕ, ਪੀਪਲ ਆਫ ਇੰਡੀਆ ਦਾ ਮਤਲਬ ਹੋ ਗਿਆ ਭਾਰਤ ਦੇ ਲੋਕ। what did want ਅਰਥਾਤ ਭਾਰਤ ਦੇ ਲੋਕ ਕੀ ਚਾਹੁੰਦੇ ਸੀ, ਕਿਉਂਕਿ did ਹੈਗਾ। ਹੁਣ ਜਿੱਥੇ ਬੱਚੇ did ਆਏ ਉਹਦੇ ਨਾਲ ਹਮੇਸ਼ਾ ਫਸਟ ਫਾਰਮ ਆਉਂਦੀ ਹੈ want। ਜਦੋਂ ਜਵਾਬ ਦੇਣਾ ਹੈ ਤੇ ਇਹਦੀ ਬਣ ਜਾਏਗੀ ਸੈਕਿੰਡ ਫਾਰਮ। ਸੋ ਵਾਂਟ ਦੀ ਸੈਕਿੰਡ ਫਾਰਮ ਹੁੰਦੀ ਹੈ ਵਾਂਟਿਡ। ਸੋ ਜਵਾਬ 'ਚ ਇਹ ਖਿਆਲ ਰੱਖਣਾ ਹੈ ਕਿ ਡਿਡ ਦੀ ਜਗ੍ਹਾ ਹੁਣ ਡਿਡ ਹਟ ਜਾਏਗਾ ਤੇ ਵਾਂਟ ਦੀ ਜਗ੍ਹਾ ਬਣ ਜਾਏਗਾ ਵਾਂਟਿਡ। ਤੇ ਥੱਲੇ ਅਸੀਂ ਪਹਿਲੇ ਜਵਾਬ ਲੱਭਣਾ ਹੈ, ਉਹ ਹੈਗਾ ਦੇ ਵਰ ਬਰਨਿੰਗ ਵਿਦ ਅ ਡਿਜ਼ਾਇਰ। ਉਹ ਉਹਨਾਂ ਵਿੱਚ ਇੱਕ ਬੜੀ ਤੀਵਰ ਇੱਛਾ ਸੀ, ਕਾਹਦੀ? ਟੂ ਥਰੋ ਦੀ ਬ੍ਰਿਟਿਸ਼ ਰੂਲਰਸ ਆਊਟ ਆਫ ਇੰਡੀਆ, ਅੰਗਰੇਜ਼ ਸ਼ਾਸਕਾਂ ਨੂੰ ਭਾਰਤ ਤੋਂ ਬਾਹਰ ਸਿੱਟਣਾ, ਐਂਡ ਅਟੇਨ ਇੰਡੀਪੈਂਡੈਂਸ ਅਤੇ ਆਜ਼ਾਦੀ ਪ੍ਰਾਪਤ ਕਰਨੀ, ਇਹ ਉਹ ਚਾਹੁੰਦੇ ਸੀ। ਤੇ ਹੁਣ ਅਸੀਂ ਇਹਨੂੰ ਵਟਾ ਕੇ ਲਿਖਣਾ ਹੈ। ਇੱਥੇ ਲਿਖਿਆ ਦੇਵਰ ਬਰਨਿੰਗ ਵਿਦ ਡਿਜ਼ਾਇਰ, ਤੇ ਇੱਛਾ ਦਾ ਮਤਲਬ ਚਾਹਣਾ ਹੀ ਹੁੰਦਾ। ਸੋ ਇੱਥੇ ਹੈਗਾ ਵਟ ਡਿਡ ਦਾ ਪੀਪਲ ਆਫ ਇੰਡੀਆ ਵਾਂਟ,
ਤੇ ਅਸੀਂ ਇਸ ਰੂਪ ਵਿੱਚ ਜਵਾਬ ਲਿਖਣਾ ਹੈ। ਸੋ ਇਦਾਂ ਆ ਜਾਏਗਾ ਦੀ ਪੀਪਲ ਆਫ ਇੰਡੀਆ ਵਾਂਟਿਡ, ਦੀ ਪੀਪਲ ਆਫ ਇੰਡੀਆ, ਵਾਂਟ ਦਾ ਬਣ ਗਿਆ ਵਾਂਟਿਡ, ਅੱਗੇ ਇੱਥੋਂ ਦੀ ਟੂ ਤੋਂ ਬਾਅਦ ਸਾਰਾ ਚੇਪ ਦੇਣਾ, ਟੂ ਹੈ। ਸੋ ਟੂ ਇਹ ਚਾਹੁੰਦੇ ਸੀਗੇ ਕਿ ਟੂ ਥਰੋ ਦਾ ਬ੍ਰਿਟਿਸ਼ ਰੂਲਰਸ ਆਊਟ ਆਫ ਇੰਡੀਆ, ਮਤਲਬ ਕਿ ਅੰਗਰੇਜ਼ ਸ਼ਾਸਕਾਂ ਨੂੰ, ਅੰਗਰੇਜ਼ ਰਾਜ ਕਰਨ ਵਾਲਿਆਂ ਨੂੰ ਭਾਰਤ ਤੋਂ ਬਾਹਰ ਸੁੱਟਣਾ ਚਾਹੁੰਦੇ ਸੀ, ਐਂਡ ਅਟੇਨ ਇੰਡੀਪੈਂਡੈਂਸ, ਅਤੇ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੇ ਸੀ, ਇਹ ਉਹ ਚਾਹੁੰਦੇ ਸੀ। ਸੋ ਇਹਦੇ ਹਿਸਾਬ ਦੇ ਨਾਲ ਅਸੀਂ ਇਹ ਜਵਾਬ ਤਿਆਰ ਕਰ ਲਿਆ। ਕਿਉਂਕਿ ਇੱਥੇ ਡਿਡ ਵਾਂਟ ਹੈਗਾ, ਸੋ ਅਸੀਂ ਵਾਂਟਿਡ ਲਿਖਿਆ, ਇੱਥੇ ਬਰਨਿੰਗ ਵਿਦ ਡਿਜ਼ਾਇਰ ਨਹੀਂ ਲਿਖਿਆ ਆਪਾਂ, ਕਿਉਂਕਿ ਠੀਕ ਹੈ। ਸੋ ਜਿਸ ਰੂਪ ਵਿੱਚ ਕੁਐਸਚਨ ਪੁੱਛਿਆ ਗਿਆ ਹੈ, ਜਿਸ ਰੂਪ ਵਿੱਚ ਸਵਾਲ ਪੁੱਛਿਆ ਗਿਆ ਹੈ, ਉਸੇ ਰੂਪ ਦੇ ਵਿੱਚ ਅਸੀਂ ਜਵਾਬ ਦੇਣਾ ਹੈ। ਅੱਗੇ ਚਲੀਏ। ਵੇਅਰ ਵਾਜ਼ ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਬੋਰਨ, ਰਾਮ ਸਿੰਘ ਦਾ ਜਨਮ ਕਿੱਥੇ ਹੋਇਆ ਸੀ? ਸੋ ਇੱਥੇ ਲਿਖਿਆ ਦੇਖੋ, ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਬੋਰਨ ਐਂਡ ਐਜੂਕੇਟਡ ਭੈਣੀ ਸਾਹਿਬ ਪੰਜਾਬ, ਵਾਜ਼ ਨੋਟ ਅ ਸਾਇਲੈਂਟ ਸਪੈਕਟੇਟਰ। ਸੋ ਇੱਥੇ ਪਤਾ ਲੱਗ ਗਿਆ ਕਿ ਭੈਣੀ ਸਾਹਿਬ ਪੰਜਾਬ ਵਿੱਚ ਜਨਮ ਹੋਇਆ ਸੀਗਾ। ਸੋ ਇੱਥੇ ਲਿਖ ਦੇਣਾ ਹੀ ਵਾਜ਼ ਬੋਰਨ ਐਟ ਭੈਣੀ ਸਾਹਿਬ ਪੰਜਾਬ, ਉਹਦਾ ਜਨਮ ਭੈਣੀ ਸਾਹਿਬ ਪੰਜਾਬ ਵਿੱਚ ਹੋਇਆ ਸੀ। ਓਕੇ ਚਲੀਏ, ਤੇ ਸੌਖਾ ਹੀ ਸੀ। ਓਕੇ, ਹੂ ਵਾਜ਼ ਦੀ ਇੰਚਾਰਜ ਆਫ ਟਾਊਨ। ਹੁਣ ਬੱਚੋ ਮੈਂ ਇੱਥੇ ਤੁਹਾਨੂੰ ਇੱਕ ਥੋੜ੍ਹੀ ਜਿਹੀ ਗੱਲ ਦਾ ਧਿਆਨ ਦੇਣਾ ਚਾਹੁੰਦਾ, ਤੁਹਾਡੀ ਕਿਤਾਬ 'ਚ ਨਾ ਇੰਚਾਰਜ ਇਕੱਠਾ ਕਰਕੇ ਲਿਖਿਆ ਹੋਇਆ, ਇਹ ਗਲਤ ਹੈ। ਇੰਚਾਰਜ ਕੋਈ ਸ਼ਬਦ ਨਹੀਂ ਹੁੰਦਾ, ਇਨ ਤੋਂ ਬਾਅਦ ਹਮੇਸ਼ਾ ਸਪੇਸ ਆਏਗਾ ਤੇ ਫਿਰ ਚਾਰਜ ਆਏਗਾ, ਜੋ ਮੈਂ ਜਵਾਬ ਵਿੱਚ ਠੀਕ ਕਰਕੇ ਲਿਖਿਆ। ਇੱਥੇ ਮੈਂ ਜਾਣ ਕੇ ਨਹੀਂ ਲਿਖਿਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਵੀ ਇਹ ਗਲਤੀ ਹੈ। ਸੋ ਇੰਚਾਰਜ ਆਪਣੇ ਆਪ ਵਿੱਚ ਕੋਈ ਸ਼ਬਦ ਨਹੀਂ ਹੁੰਦਾ, ਸ਼ਬਦ ਹੈਗਾ ਚਾਰਜ ਤੇ ਇੱਕ ਸ਼ਬਦ ਹੈਗਾ ਇਨ। ਸੋ ਇਹ ਫਰੇਜ਼ ਹੈ, ਇਹ ਸ਼ਬਦ ਜੋੜ ਹੈ ਇਨ ਚਾਰਜ, ਠੀਕ ਹੈ। ਕਸਟਡੀ ਵਿੱਚ ਮਤਲਬ ਉਹਦਾ ਜ਼ਿੰਮੇਵਾਰ, ਉਹਦਾ ਸਰਬਰਾਹ। ਸੋ ਹੂ ਵਾਜ਼ ਦੀ ਇੰਚਾਰਜ ਆਫ ਦਾ ਟਾਊਨ? ਸੋ ਮਿਸਟਰ ਕੋਵਨ ਉਹਦਾ ਨਾਂ ਸੀ। ਉਹ ਕੌਣ ਸੀ? ਆ ਬ੍ਰਿਟਿਸ਼ ਆਫਿਸਰ, ਜੋ ਕਿ ਇੱਕ ਬ੍ਰਿਟਿਸ਼ ਅਫਸਰ ਸੀ। ਵਾਜ਼ ਇਨ ਚਾਰਜ ਆਫ ਦੀ ਟਾਊਨ। ਇਹ ਦੇਖੋ ਇੱਥੇ ਜਵਾਬ, ਇੱਥੇ ਜਵਾਬ ਇਹ ਚੋਂ ਲੱਭਿਆ ਇਸ ਲਾਈਨ ਚੋਂ। ਇਨ 1872 ਦੀ ਕੂਕਾ ਸਿੱਖਸ ਅਟੈਕ ਮਲੇਰਕੋਟਲਾ, ਉਹਨਾਂ ਨੇ ਕੂਕਾ ਸਿੱਖਾਂ ਨੇ ਮਲੇਰਕੋਟਲਾ ਤੇ ਹਮਲਾ ਕੀਤਾ। ਵੇਅਰ, ਜਿੱਥੇ ਮਿਸਟਰ ਕੋਵਨ ਵਾਜ਼ ਦੀ ਬ੍ਰਿਟਿਸ਼ ਆਫਿਸਰ ਇਨ ਚਾਰਜ। ਹੁਣ ਮੈਂ ਇੱਥੇ ਇੰਚਾਰਜ ਠੀਕ ਕਰ ਦਿੱਤਾ ਹੈ, ਦੇਖੋ ਕਿਤਾਬ 'ਚ ਤੁਹਾਡੇ ਇਹ ਇਨ ਔਰ ਚਾਰਜ ਦੇ ਵਿੱਚ ਗੈਪ ਨਹੀਂ ਹੈਗਾ, ਸੋ ਇਹ 'ਚ ਗੈਪ ਸਪੇਸ ਦੇਣਾ ਹੈ। ਇਨ ਵੱਖਰਾ ਹੈ ਤੇ ਚਾਰਜ ਵੱਖਰਾ ਹੈ, ਠੀਕ ਹੈ। ਇਸ ਗੱਲ ਦਾ ਖਿਆਲ ਰੱਖਣਾ ਹੈ। ਇੰਚਾਰਜ ਇਕੱਠਾ ਲਿਖ ਦੋਗੇ ਉਹ ਅੰਗਰੇਜ਼ੀ ਗਲਤ ਹੋ ਜਾਏਗੀ, ਠੀਕ ਹੈ। ਇਨ ਚਾਰਜ ਆਫ ਦੀ ਟਾਊਨ। ਸੋ ਸਾਨੂੰ ਇੱਥੇ ਜਵਾਬ ਮਿਲ ਗਿਆ ਮਿਸਟਰ ਕੋਵਨ, ਆ ਬ੍ਰਿਟਿਸ਼ ਆਫਿਸਰ, ਜੋ ਕਿ ਇੱਕ ਬ੍ਰਿਟਿਸ਼ ਅਫਸਰ ਸੀ, ਵਾਜ਼ ਇਨ ਚਾਰਜ ਆਫ ਦੀ ਟਾਊਨ, ਠੀਕ ਹੈ। ਆਓਗੇ ਚਲੀਏ। ਹੂ ਸੈਕਰੀਫਾਈਸਡ देयर लाइव्स एंड वाई। सैक्रीफाइस मैंने कुर्बान करना, सैक्रीफाइस कुर्बान कीतियाँ। लाइफ मैंने ज़िंदगी, लाइव्स मैंने जिंदगियाँ, बहुवचन आ गया। किन्हां ने अपनी जिंदगियां कुर्बान कीतियां ਅਤੇ ਕਿਉਂ? ਤੇ ਇੱਥੇ ਦੇਖੋ ਲਿਖਿਆ ਦੀ ਕੂਕਾ ਸਿੱਖਸ ਬਰੇਵਲੀ ਫੇਸ ਦੀ ਕੈਨਨ ਫਾਇਰ ਔਨ देयर ਚੈਸਟਸ। ਕੂਕਾ ਸਿੱਖਾਂ ਨੇ ਬੜੀ ਬਹਾਦਰੀ ਨਾਲ ਤੋਪ ਦੇ ਗੋਲੇ ਆਪਣੀ ਛਾਤੀ ਤੇ ਸਹਾਰੇ, ਠੀਕ ਹੈ। ਦੇ ਸੈਕਰੀਫਾਈਸ देयर ਲਾਈਵਸ, ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਕਾਹਦੇ ਲਈ? ਫॉर ਦੀ ਸੇਕ ਆਫ ਦੀ ਫਰੀडम ਆਫ देयर ਮਦਰਲੈਂਡ। ਸੋ ਇੱਥੇ ਜਵਾਬ ਮਿਲ ਗਿਆ ਸਾਨੂੰ, ਦੀ ਕੂਕਾ ਸਿੱਖਸ ਸੈਕਰੀਫਾਈਸ देयर ਲਾਈਵਸ, ਕੂਕਾ ਸਿੱਖਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ, ਕਾਹਦੇ ਲਈ? ਵਾਈ? ਫॉर ਦੀ ਸੇਕ ਆਫ ਦੀ ਫਰੀडम ਆਫ देयर ਕੰਟਰੀ, ਆਪਣੀ ਦੇਸ਼ ਦੀ ਆਜ਼ਾਦੀ ਦੇ ਖਾਤਰ। ਫॉर ਦੀ ਸੇਕ ਆਫ ਮਤਲਬ ਹੁੰਦਾ ਖਾਤਰ, ਉਹਦੇ ਕਰਕੇ। ਕਿਹਦੇ ਕਰਕੇ? ਫਰੀडम, ਆਜ਼ਾਦੀ। ਕਿਹਦੀ ਆਜ਼ਾਦੀ? ਆਫ देयर ਕੰਟਰੀ, ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਕੂਕਾ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਠੀਕ ਹੈ। ਆਓਗੇ ਚਲੀਏ। ਹੁਣ ਆ ਗਿਆ ਬੱਚਿਓ ਕੁਐਸਚਨ ਨੰਬਰ ਬੀ, ਪਾਰਟ ਬੀ ਆ ਗਿਆ। ਲੈਟਸ ਆਂਸਰ ਦਾ। ਮੇਕ ਸੈਂਟੈਂਸਿਸ, ਵਾਕ ਬਣਾਓ, ਯੂਜ਼ਿੰਗ ਦੀ ਵਰਡਸ, ਸ਼ਬਦਾਂ ਨੂੰ ਵਰਤਦੇ ਹੋਏ, ਗਿਵਨ ਬਿਲੋ, ਥੱਲੇ ਦਿੱਤੇ ਹੋਏ। ਥੱਲੇ ਦਿੱਤੇ ਹੋਏ ਸ਼ਬਦਾਂ ਨੂੰ ਵਰਤ ਕੇ ਵਾਕ ਬਣਾਓ। ਮੈਂ ਬੱਚਿਓ ਮੈਂ ਆਪਣੇ ਵੱਲੋਂ ਹੀ ਦੋ ਵਾਕ ਬਣਾਤੇ ਨੇ ਤਾਂ ਕਿ ਤੁਹਾਡਾ ਅਭਿਆਸ ਹੋ ਜਾਏ। ਹੁਣ ਤੁਸੀਂ ਇਹਨਾਂ ਤੋਂ ਆਈਡੀਆ ਲੈ ਕੇ ਵਾਕਾਂ ਤੋਂ ਤੁਸੀਂ ਵੀ ਆਪਣੇ ਕੋਈ ਵਾਕ ਬਣਾਓ। ਤੇ ਬੱਚਿਓ ਜਿਵੇਂ ਮੇਰੀ ਕੋਸ਼ਿਸ਼ ਹੁੰਦੀ ਹੈ, ਸਿਰਫ ਵਾਕ ਹੀ ਨਹੀਂ ਬਣਾਉਣੇ, ਉਸ ਵਾਕ ਰਾਹੀਂ ਚਾਹੁੰਦੇ ਹਾਂ ਕਿ ਤੁਹਾਨੂੰ ਕੋਈ ਹੋਰ ਗਿਆਨ ਦੀ ਗੱਲਾਂ, ਸਮਾਜ ਦੇ ਬਾਰੇ, ਸਾਡੇ ਸਮਾਜ ਵਿੱਚ ਵਰਤ ਰਹੇ ਜੋ ਕੁਰੀਤੀਆਂ ਨੇ ਜਾਂ ਸਿਆਸਤ ਹੈ, ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲੇ, ਤੁਹਾਡੇ ਗਿਆਨ 'ਚ ਵਾਧਾ ਹੋਵੇ। ਕਿਉਂਕਿ ਬੱਚਿਓ ਮੈਂ ਨਹੀਂ ਸੋਚਦਾ ਕਿ ਜਿਹੜੀ ਪੜ੍ਹਾਈ ਹੈ ਸਿਰਫ ਰੱਟੇ ਲਾ ਕੇ ਤੇ ਪੇਪਰਾਂ 'ਚ ਲਿਖ ਕੇ ਤੇ ਨੰਬਰ ਲੈਣ ਲਈ ਹੈ। ਇਹ ਪੜ੍ਹਾਈ ਜਿਹੜੀ ਹੁੰਦੀ ਹੈ ਹਮੇਸ਼ਾ ਗਿਆਨ ਹਾਸਿਲ ਕਰਨ ਲਈ ਪੜ੍ਹਨਾ। ਆਪਾਂ ਪੜ੍ਹਾਈ ਸਿਰਫ ਇਸ ਕਰਕੇ ਨਹੀਂ ਪੜ੍ਹਨੀ ਕਿ ਮੈਨੂੰ ਨੌਕਰੀ ਮਿਲ ਜਾਏਗੀ ਜਾਂ ਮੈਨੂੰ ਇਹ ਵਾਲੀ ਜੌਬ ਮਿਲ ਜਾਏਗੀ, ਨਹੀਂ, ਇਹਦੇ ਕਰਕੇ ਨਹੀਂ ਹੁੰਦੀ। ਹੁਣ ਮੈਂ ਕੋਈ ਨੌਕਰੀ ਨਹੀਂ ਕਰਦਾ ਪਰ ਮੈਂ ਫਿਰ ਵੀ ਪੜ੍ਹਦਾ ਹੈਗਾ। ਸੋ ਪੜ੍ਹਾਈ ਤੇ ਦਿਮਾਗ ਦੀ ਐਕਸਰਸਾਈਜ਼ ਹੈ, ਇਹ ਰੂਹ ਦੀ ਖੁਰਾਕ ਹੈਗੀ ਹੈ, ਠੀਕ ਹੈ। ਸੋ ਇਸ ਕਰਕੇ ਤੁਸੀਂ
ਵੀ ਪੜ੍ਹਾਈ ਜਿਹੜੀ ਹੈ ਉਹਨੂੰ ਸਿਰਫ ਇਸ ਕਰਕੇ ਨਹੀਂ ਪੜ੍ਹਨਾ ਕਿ ਮੈਂ ਪੜ੍ਹ ਕੇ ਰੱਟੇ ਲਾ ਕੇ ਨੰਬਰ ਲੈ ਲੈਣੇ ਤੇ ਨੌਕਰੀ ਮਿਲ ਜਾਣੀ ਹੈ। ਜੇ ਦਾਂ ਨਾ ਪੜ੍ਹੋਗੇ, ਸਮਝ ਕੇ ਪੜ੍ਹੋਗੇ ਤਾਂ ਨੌਕਰੀਆਂ ਆਪੇ ਪਿੱਛੇ ਪਿੱਛੇ ਆਉਣਗੀਆਂ। ਠੀਕ ਹੈ, ਸੋ ਜੇ ਗਿਆਨ ਦੇ ਨਾਲ ਪੜ੍ਹੋਗੇ ਫਿਰ ਨੰਬਰ ਆਪੇ ਹੀ ਆ ਜਾਣਗੇ, ਪਰ ਜੇ ਇਕੱਲੇ ਨੰਬਰ ਲੈ ਕੇ ਪੜ੍ਹੋਗੇ ਵੀ ਹੋ ਸਕਦਾ ਗਿਆਨ ਵੀ ਨਹੀਂ ਮਿਲੇਗਾ ਤੇ ਰੱਟੇ ਲੱਗ ਜਾਣਗੇ। ਜਦ ਤੋਤਾ ਰੱਟ ਲੈਂਦਾ ਉੱਦਾਂ ਪੜ੍ਹਾਈ ਨਹੀਂ ਕਰਨੀ। ਠੀਕ ਹੈ, ਸੋ ਹਿਸਟਰੀ ਮੈਨੇ ਹੁੰਦਾ ਇਤਿਹਾਸ। ਠੀਕ ਹੈ, ਹੁਣ ਇਹਦੇ ਮੈਂ 2 ਸੈਂਟੈਂਸ ਬਣਾਏ ਨੇ। ਪਹਿਲਾ ਹੈਗਾ ਹਿਸਟਰੀ ਹੈਲਪਸ ਅਸ, ਇਤਿਹਾਸ ਮਦਦ ਕਰਦਾ ਹੈ। ਦੇਖੋ ਇੱਕ ਵਚਨ ਹੈ ਨਾ ਇੱਥੇ, ਹਿਸਟਰੀ ਇੱਕ ਚੀਜ਼ ਹੈ, ਇੱਕ ਵਚਨ ਦੀ ਗੱਲ ਹੈ, ਇਸ ਕਰਕੇ ਐਸ ਆ ਗਿਆ। ਹੈਲਪਸ ਅਸ, ਸਾਨੂੰ ਮਦਦ ਕਰਦਾ ਹੈ ਕਿਹਦੇ ਵਿੱਚ? ਇਨ ਲਰਨਿੰਗ, ਸਿੱਖਣ ਵਿੱਚ। ਕਿੱਧਰੋਂ? ਫਰੋਮ ਮਿਸਟੇਕਸ, ਗਲਤੀਆਂ ਤੋਂ। ਅਰਥਾਤ ਜਿਹੜੀਆਂ ਗਲਤੀਆਂ ਸਾਡੇ ਪੁਰਖਿਆਂ ਨੇ ਇਤਿਹਾਸ ਵਿੱਚ ਕੀਤੀਆਂ, ਮਤਲਬ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਨਾ ਉਹਨੂੰ ਵਾਚਣਾ ਹੈ ਵੀ ਇਤਿਹਾਸ ਵਿੱਚ ਕਿਹੜੀ ਘਟਨਾ ਹੋਈ, ਕਿਉਂ ਹੋਈ, ਜੇ ਇਹ ਪਾਤਰ ਨੇ ਇਹ ਕੰਮ ਨਾ ਕੀਤਾ ਹੁੰਦਾ ਤਾਂ ਇੱਦਾਂ ਹੋਣਾ ਸੀ, ਜਾਂ ਜੇ ਇਹ ਗਲਤੀ ਨਾ ਕਰਦਾ ਤਾਂ ਇੱਦਾਂ ਹੋਣਾ ਸੀ। ਠੀਕ ਹੈ ਨਾ, ਹੁਣ ਅਸੀਂ ਵੀ ਇਤਿਹਾਸ ਪੜ੍ਹਦੇ ਹਾਂ ਪਾਤਰਾਂ ਦੀ, ਹਾਂ ਕਈ ਚੀਜ਼ਾਂ ਦੇਖਦੇ ਹਾਂ, ਸ਼ਹੀਦੀਆਂ ਵੀ ਹੋਈਆਂ ਨੇ, ਲੜਾਈਆਂ ਵੀ ਹੋਈਆਂ ਨੇ, ਅਤੇ ਤਖਤੇ ਵੀ ਪਲਟੇ ਗਏ ਨੇ, ਰਾਜੇ ਨੇ ਜ਼ੁਲਮ ਵੀ ਕੀਤਾ ਹੈ, ਉਹ ਰਾਜਿਆਂ ਦਾ ਫਿਰ ਅੰਤ ਵੀ ਹੋਇਆ। ਸੋ ਇਹ ਸਾਰੀ ਚੀਜ਼ਾਂ ਤੋਂ ਰਾਹੀਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਇਹਦੇ ਰਾਹੀਂ ਇੱਕ ਚੀਜ਼ ਹੋਰ ਮੈਨੂੰ ਯਾਦ ਆਉਂਦੀ ਹੈ, ਦੋਜ਼ ਹੂ ਡੂ ਨਾਟ ਲਰਨ ਫਰੋਮ ਹਿਸਟਰੀ ਆਰ ਕੰਡੈਮਡ ਟੂ ਰਿਪੀਟ ਇਟ। ਅਰਥਾਤ ਜਿਹੜੇ ਲੋਕ ਇਤਿਹਾਸ ਤੋਂ ਨਹੀਂ ਸਿੱਖਦੇ ਉਹ ਇਤਿਹਾਸ ਨੂੰ ਦੁਹਰਾਉਂਦੇ ਹਨ। ਅਰਥਾਤ ਜਿਹੜੇ ਬੰਦੇ ਗਲਤੀਆਂ ਤੋਂ ਨਹੀਂ ਸਿੱਖਦੇ ਉਹ ਗਲਤੀ ਮੁੜ ਮੁੜ ਕੇ ਕਰਦੇ ਨੇ ਅਤੇ ਉਹੀ ਇਤਿਹਾਸ ਫਿਰ ਦੁਹਰਾ ਹੋ ਜਾਂਦਾ। ਜੇ ਇੱਕ ਬੰਦਾ ਇੱਕ ਵਾਰ ਗਲਤੀ ਕਰੇ ਅਤੇ ਜੇ ਉਹ ਗਲਤੀ ਨੂੰ ਐਨਾਲਾਈਜ਼ ਨਾ ਕਰੇ, ਗਲਤੀ ਨੂੰ ਵਾਚੇ ਨਾ ਵੀ ਇਹ ਗਲਤੀ ਕਿਉਂ ਹੋਈ। ਠੀਕ ਹੈ, ਮੈਂ ਬੱਚੋ ਜਿਹੜੇ ਜਹਾਜ਼ 'ਤੇ ਨੌਕਰੀ ਕਰਦਾ ਸੀ ਨਾ, ਸਾਨੂੰ ਇਹੀ ਸਿਖਾਇਆ ਜਾਂਦਾ ਸੀ। ਸਾਡਾ ਇੱਕ ਨਾ ਸਬਕ ਹੁੰਦਾ ਸੀ, ਉਹਦਾ ਸਬਕ ਦਾ ਨਾਮ ਹੁੰਦਾ ਸੀ ਲੈਸਨਸ ਲਰਨਡ। ਉਹ ਕਹਿੰਦੇ ਲੈ ਜਹਾਜ਼ ਦੇ ਤੁਰਦੇ ਤੁਰਦੇ ਬੰਦਾ ਤਿਲਕਿਆ, ਪਰ ਤਿਲਕ ਕੇ ਡਿੱਗਿਆ ਨਹੀਂ, ਸੱਟ ਨਹੀਂ ਲੱਗੀ। ਅਤੇ ਉਹ ਕਹਿੰਦੇ, ਉਹ ਬੰਦਾ ਕਹਿੰਦਾ ਗੱਲ ਆਈ ਗਈ ਹੋਗੀ। ਕਹਿੰਦੇ ਨਹੀਂ, ਗੱਲ ਆਈ ਗਈ ਨਹੀਂ ਹੋਈ, ਤੁਸੀਂ ਸੋਚੋ ਤੁਸੀਂ ਕਿਉਂ ਤਿਲਕੇ, ਕਿ ਉੱਥੇ ਤੇਲ ਡਿੱਗਿਆ ਹੋਇਆ ਸੀ? ਜੇ ਤੇਲ ਡਿੱਗਿਆ ਸੀ, ਤੇਲ ਕਿੱਥੋਂ ਆ ਰਿਹਾ ਸੀ? ਫਿਰ ਦੇਖੋ ਕਿ ਕੋਈ ਪਾਈਪ ਲੀਕ ਕਰ ਰਿਹਾ ਸੀ, ਅਤੇ ਪਾਈਪ ਲੀਕ ਕਿਉਂ ਕਰ ਰਿਹਾ ਸੀ? ਕੀ ਕੋਈ ਉੱਥੇ ਜੁਆਇੰਟ ਢਿੱਲਾ ਸੀ, ਜਾਂ ਪਾਈਪ ਨੂੰ ਜੰਗ ਲੱਗ ਗਿਆ ਸੀ ਕਿ ਜੁਆਇੰਟ ਦੀ ਵਾਸ਼ਰ ਬਦਲਣੀ ਪਏਗੀ, ਜਾਂ ਪਾਈਪ ਦਾ ਉਹ ਜੰਗ ਲੱਗਿਆ ਹਿੱਸਾ ਬਦਲਣਾ ਪਏਗਾ? ਕਿਉਂਕਿ ਤੁਸੀਂ ਤਾਂ ਡਿੱਗ ਕੇ ਬਚ ਗਏ, ਪਰ ਇਹ ਜ਼ਰੂਰੀ ਨਹੀਂ ਕਿ ਜਿਹੜਾ ਦੂਜਾ ਬੰਦਾ ਡਿੱਗੇਗਾ ਹੋ ਸਕਦਾ ਉਹਦੀ ਹੱਡੀ ਟੁੱਟ ਜਾਏ, ਉਹਦਾ ਚੂਲਾ ਟੁੱਟ ਜਾਏ। ਸਾਰਾ ਜਹਾਜ਼ ਜਿਹੜਾ ਸਟੀਲ ਦਾ ਬਣਿਆ ਹੁੰਦਾ। ਸੋ ਇਹਨੂੰ ਕਹਿੰਦੇ ਨੇ ਲੈਸਨਸ ਲਰਨਡ। ਆਪਣੀ ਗਲਤੀਆਂ ਨੂੰ ਵਾਚਣਾ, ਸੋਚਣਾ, ਅਤੇ ਇਹ ਦੇਖਣਾ ਵੀ ਅੱਗੇ ਤੋਂ ਕੀ ਨਾ ਕੀਤਾ ਜਾਵੇ ਅਤੇ ਗਲਤੀ ਨਾ ਦੁਹਰਾਈ ਜਾਵੇ। ਸੋ ਜਿਹੜੇ ਹਿਸਟਰੀ ਪੜ੍ਹਨੀ ਹੈ ਉਹਨੂੰ ਇਸ ਢੰਗ ਨਾਲ ਪੜ੍ਹਨਾ ਹੈ, ਸੋਚਣਾ ਹੈ ਵੀ ਇਹ ਹਿਸਟਰੀ 'ਚ ਇੰਨੇ ਸਾਰੇ ਪਾਤਰ ਨੇ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਸੁਣਿਆ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਫੈਸਲਾ ਕੀਤਾ, ਉਹ ਫੈਸਲਾ ਠੀਕ ਹੋਇਆ, ਗਲਤ ਹੋਇਆ। ਇਹਦੇ ਰਾਹੀਂ ਅਸੀਂ ਬੜਾ ਕੁਝ ਸਿੱਖਦੇ ਹਾਂ। ਠੀਕ ਹੈ ਨਾ, ਸੋ ਹਿਸਟਰੀ ਹੈਲਪਸ ਅਸ ਇਨ ਲਰਨਿੰਗ ਫਰੋਮ ਮਿਸਟੇਕਸ। ਇਤਿਹਾਸ ਰਾਹੀਂ ਸਾਨੂੰ ਗਲਤੀਆਂ ਰਾਹੀਂ ਸਿੱਖਣ 'ਚ ਮਦਦ ਮਿਲਦੀ ਹੈ। ਠੀਕ ਹੈ, ਹੁਣ ਦੂਜਾ ਸੈਂਟੈਂਸ ਲੈ ਲਈਏ, ਹੀ ਇਜ਼ ਐਨ MA। ਹੁਣ ਦੇਖੋ ਬੱਚੇ, ਮੈਂ ਜਾਣ ਕੇ ਪਾਇਆ ਤਾਂ ਕਿ ਐਨ ਦੀ ਗੱਲ ਆ ਜਾਏ। MA ਮਤਲਬ ਕੀ ਹੁੰਦਾ ਹੈ? ਮਾਸਟਰ ਆਫ ਆਰਟਸ। ਇਹ ਡਿਗਰੀ ਹੈ, ਬੈਚਲਰ 3 ਸਾਲ ਦੀ ਹੁੰਦੀ ਹੈ, ਮਾਸਟਰ 2 ਸਾਲ ਦੀ ਹੁੰਦੀ ਹੈ। ਇਨ ਮੀਡੀਵਲ ਹਿਸਟਰੀ, ਮੀਡੀਵਲ ਹੁੰਦੀ ਮੱਧ ਯੁੱਗ ਦੀ ਇਤਿਹਾਸ ਵਿੱਚ। ਜਿਵੇਂ MA ਹੁੰਦੀ ਹੈ, MA ਇਕਨੋਮਿਕਸ, MA ਮੈਥਸ, MA ਇੰਗਲਿਸ਼, ਹੈ ਨਾ, ਕਈ ਸਬਜੈਕਟ ਹੁੰਦੇ ਨੇ, ਅਤੇ ਇੱਕ ਮੀਡੀਵਲ ਹਿਸਟਰੀ। ਅਤੇ ਮੈਂ ਲਿਖਿਆ ਐਨ MA, ਉਹ ਮੀਡੀਵਲ ਮੱਧ ਯੁੱਗ ਦੀ ਇਤਿਹਾਸ ਵਿੱਚ MA ਹੈਗਾ ਹੈ। ਹੁਣ MA ਨੂੰ ਜਿਹੜੇ ਬੱਚੇ ਲਿਖੋਗੇ ਅੰਗਰੇਜ਼ੀ ਗੁਰਮੁਖੀ 'ਚ ਲਿਖਾਂਗੇ, M ਕਿੱਦਾਂ ਲਿਖਿਆ ਜਾਏਗਾ? ਐੜੇ ਨੂੰ ਦਲਾਂ ਅਤੇ ਮੰਮਾ, M। ਹੁਣ ਐੜੇ ਤੋਂ ਸ਼ੁਰੂ ਹੁੰਦਾ, ਇਸ ਕਰਕੇ ਆਏਗਾ ਐਨ। ਹੁਣ ਦੇਖੋ M ਵਾਵਲ ਨਹੀਂ ਹੈਗਾ, MAEIOU ਨਹੀਂ ਹੈਗਾ। ਹੁਣ ਜੇ ਲਿਖਾਂਗੇ ਹੀ ਇਜ਼ ਆ BA ਇਨ ਮੀਡੀਵਲ, ਹੀ ਇਜ਼ ਆ BA, ਹੀ ਇਜ਼ ਆ PhD। ਪਰ ਜਿਹੜੇ MA ਆਏਗਾ, ਹੀ ਇਜ਼ ਐਨ MA। ਸੋ MA ਤੋਂ, ਕਿਉਂਕਿ M ਨੂੰ ਜਿਹੜੇ ਅਸੀਂ ਗੁਰਮੁਖੀ 'ਚ ਲਿਖਾਂਗੇ ਅਤੇ ਐੜੇ ਤੋਂ ਸ਼ੁਰੂ ਹੁੰਦਾ। ਸੋ ਊੜਾ ਐੜਾ ਈੜੀ। ਹੁਣ MA ਕੀ ਹੈ? ਇਹ ਨਾਊਨ ਹੈਗਾ, ਉਹ ਬੰਦਾ MA ਹੈਗਾ। ਸੋ ਹੀ ਇਜ਼ ਐਨ MA ਇਨ ਮੀਡੀਵਲ ਹਿਸਟਰੀ। ਹੀ ਇਜ਼ ਐਨ MBBS, ਇੱਦਾਂ ਲਿਖਣਾ। ਹੀ ਇਜ਼ ਐ MBBS ਨਹੀਂ, ਹੀ ਇਜ਼ ਐਨ MBBS। MBBS ਕੀ ਹੁੰਦਾ? ਬੈਚਲਰ ਆਫ ਮੈਡੀਸਨ, ਬੈਚਲਰ ਆਫ ਸਰਜਰੀ। ਜਿਹੜੇ 5 ਸਾਲ ਦੀ ਡਾਕਟਰੀ ਕਰਦੇ ਨੇ ਉਹਨਾਂ ਨੂੰ ਡਿਗਰੀ ਮਿਲਦੀ, ਉਹਨੂੰ ਕਿਹਾ ਜਾਂਦਾ MBBS। ਠੀਕ ਹੈ, ਹੁਣ MCOM ਕਹਿਣਾ ਹੋਵੇ, ਮਾਸਟਰਸ ਇਨ ਕਾਮਰਸ, ਮਾਸਟਰਸ ਆਫ ਕਾਮਰਸ, ਹੀ ਇਜ਼ ਐਨ MCOM, ਇੱਦਾਂ ਕਹਾਂਗੇ। ਠੀਕ ਹੈ, ਹੀ ਇਜ਼ ਐਨ MA ਇਨ ਇੰਗਲਿਸ਼, ਹੀ ਇਜ਼ ਐਨ MA ਇਨ ਪੰਜਾਬੀ। ਠੀਕ ਹੈ, ਸੋ MA ਤੋਂ ਬਾਅਦ ਹਮੇਸ਼ਾ MA ਤੋਂ ਪਹਿਲੇ ਜਿਹੜਾ ਐਨ ਆਏਗਾ। ਠੀਕ ਹੈ, ਦੂਜਾ ਸ਼ਬਦ ਆ ਗਿਆ ਬੱਚਿਓ ਆਫਿਸਰ। तो मैं इत्थे बनाया ही इज़ स्टडिंग हार्ड।
ਉਹ ਬੜੀ ਮਿਹਨਤ ਨਾਲ ਪੜ੍ਹ ਰਿਹਾ ਹੈ। ਕਾਹਦੇ ਲਈ? ਟੂ ਬਿਕਮ ਆ PCS ਆਫਿਸਰ। ਹੁਣ ਬੱਚੇ PCS ਪਤਾ ਕੀ ਹੁੰਦਾ? PCS ਹੁੰਦਾ ਪੰਜਾਬ ਸਿਵਲ ਸਰਵਿਸਿਜ਼। PCS ਦੀ ਪੇਪਰ ਕਦੋਂ ਹੁੰਦਾ? ਜਦੋਂ ਬੰਦਾ ਗ੍ਰੈਜੂਏਸ਼ਨ ਕਰ ਲੈਂਦਾ ਹੈ, BA MA BTech ਕਰ ਲਈ, BA ਕਰ ਲਈ, BCom ਕਰ ਲਈ, BSc ਕਰ ਲਈ, MBBS ਕਰ ਲਈ। ਗ੍ਰੈਜੂਏਸ਼ਨ ਤੋਂ ਬਾਅਦ ਪੇਪਰ ਹੁੰਦਾ ਪੰਜਾਬ ਸਰਕਾਰ ਦਾ, ਅਤੇ ਜੇ ਪੇਪਰ ਕਲੀਅਰ ਹੋ ਜਾਏ ਫਿਰ ਤੁਸੀਂ ਵੱਡੇ ਅਫਸਰ ਬਣ ਜਾਂਦੇ ਹੋ। ਸਰਕਾਰੀ ਕਾਰ ਮਿਲਦੀ ਹੈ, ਬੰਗਲਾ ਮਿਲਦਾ ਹੈ, ਚਪੜਾਸੀ ਮਿਲਦਾ ਹੈ, ਬੜਾ ਕੁਛ, ਚੰਗੀ ਮੋਟੀ ਤਨਖਾਹ ਮਿਲਦੀ ਹੈ, ਪਰ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਮੈਂ ਪਿੱਛੇ ਜੇ ਪੜ੍ਹਿਆ ਸੀਗਾ, ਸਾਡੇ ਇੱਕ ਪੰਜਾਬ ਵਿੱਚ ਬੜੇ ਬਾਲ ਲਿਖਾਰੀ ਨੇ, ਉਹਨਾਂ ਦਾ ਨਾਮ ਹੈ ਦਰਸ਼ਨ ਸਿੰਘ ਆਸ਼ਟ। ਸ਼ਾਇਦ ਤੁਸੀਂ ਸੁਣਿਆ ਹੋਗਾ। ਦਰਸ਼ਨ ਸਿੰਘ ਆਸ਼ਟ ਬਾਲ ਸਾਹਿਤਕਾਰ ਨੇ। ਉਹ ਬੱਚਿਆਂ ਦੀ ਕਿਤਾਬਾਂ ਲਿਖਦੇ ਨੇ, ਕਹਾਣੀਆਂ ਵਾਲੀਆਂ, ਬਹੁਤ ਵਧੀਆ ਕਿਤਾਬਾਂ ਲਿਖਦੇ ਨੇ। ਕਦੀ ਬਾਜ਼ਾਰ ਜਾ ਕੇ ਉਹਨਾਂ ਦੀ ਕਿਤਾਬਾਂ ਖਰੀਦਿਓ ਔਰ ਪੜ੍ਹਿਓ। ਦਰਸ਼ਨ ਸਿੰਘ ਆਸ਼ਟ ਸ਼ਾਇਦ ਪਟਿਆਲੇ ਰਹਿੰਦੇ ਨੇ। ਕਰੀਬ 2 ਸਾਲ ਪਹਿਲੇ ਦੀ ਗੱਲ ਹੈ, 2 ਜਾਂ 3 ਸਾਲ ਪਹਿਲੇ ਦੀ। ਉਹਨਾਂ ਦਾ ਬੇਟੇ ਦੀ ਖਬਰ ਅਖਬਾਰ 'ਚ ਆਈ, ਉਹਨੇ PCS ਟੌਪ ਕੀਤਾ ਬੱਚੇ ਨੇ। ਪਰ ਪਤਾ ਬੱਚੇ ਉਹ ਕਿੰਨਾ ਪੜ੍ਹਦਾ ਸੀਗਾ? ਕਹਿੰਦੇ ਰੋਜ਼ 2-3 ਸਾਲ ਲਗਾਤਾਰ ਉਹ 10-10 ਘੰਟੇ ਪੜ੍ਹਦਾ ਸੀ, ਤਾਂ ਜਾ ਕੇ ਉਹਨੇ PCS ਟੌਪ ਕੀਤਾ। ਦਰਸ਼ਨ ਸਿੰਘ ਆਸ਼ਟ ਦੇ ਸਪੁੱਤਰ ਜੀ ਨੇ, ਉਹਨੇ PCS ਟੌਪ ਕੀਤਾ। ਹੁਣ ਉਹ ਵੱਡਾ ਅਫਸਰ ਬਣ ਜਾਏਗਾ, ਉਹ PCS 'ਚ ਸਿਲੈਕਟ ਹੋ ਗਿਆ। ਸੋ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਵੀ ਆਪਣਾ ਸੁਪਨੇ ਬਣਾਓ ਇੱਦਾਂ ਦੇ, ਪਰ ਇਹਦੇ ਲਈ ਮਿਹਨਤ ਤੁਹਾਨੂੰ ਹੁਣੀ ਤੋਂ ਕਰਨੀ ਪਏਗੀ। ਹੀ ਸਟੱਡਿੰਗ ਹਾਰਡ ਟੂ ਬਿਕਮ ਅ PCS ਆਫਿਸਰ। ਹੁਣ ਅਗਲੀ ਗੱਲ ਕਿਹੜੀ ਹੈ? ਇੱਕ ਸੈਂਟੈਂਸ ਹੋਰ ਬਣਾਇਆ, ਜਿਹੜੀ ਗੱਲ ਚੇਤੇ ਰੱਖਣ ਵਾਲੀ ਹੈ। ਇਟ ਇਜ਼ ਈਜ਼ੀਅਰ ਟੂ ਬਿਕਮ ਐਨ ਆਫਿਸਰ। ਹੁਣ ਦੇਖੋ, ਉਹ ਆਫਿਸਰ ਐਨ ਆ ਗਿਆ। ਇਹ ਅਫਸਰ ਬਣਨਾ ਬੜਾ ਸੌਖਾ ਹੈ, ਦੈਨ ਅ ਗੁੱਡ ਹਿਊਮਨ ਬੀਇੰਗ। ਪਰ ਚੰਗਾ ਇਨਸਾਨ ਬਣਨਾ ਬੜਾ ਔਖਾ ਹੈ। ਕਿਉਂ ਮੈਂ ਕਿਹਾ ਬੱਚਿਓ? ਲੋਕੀ ਵਕੀਲ ਬਣ ਜਾਂਦੇ ਨੇ, ਝੂਠੀਆਂ ਗਵਾਹੀਆਂ ਦਿੰਦੇ ਨੇ। ਲੋਕੀ ਡਾਕਟਰ ਬਣ ਜਾਂਦੇ ਨੇ, ਕਿਡਨੀਆਂ ਕੱਢ ਲੈਂਦੇ ਨੇ। ਲੋਕੀ ਇੰਜੀਨੀਅਰ ਬਣ ਜਾਂਦੇ ਨੇ, ਸੀਮਿੰਟ ਖਾ ਜਾਂਦੇ ਨੇ, ਹੈ ਨਾ। ਲੋਕੀ ਵੱਡੇ ਵੱਡੇ ਅਫਸਰ ਬਣ ਜਾਂਦੇ ਨੇ, ਸਰਕਾਰੀ ਖਜ਼ਾਨਾ ਖਾਲੀ ਕਰ ਜਾਂਦੇ ਨੇ। ਅਤੇ ਇਹੋ ਜਿਹੇ ਅਫਸਰ, ਇਹੋ ਜਿਹੇ ਵਕੀਲ, ਇਹੋ ਜਿਹੇ ਡਾਕਟਰ, ਇਹੋ ਜਿਹੇ ਇੰਜੀਨੀਅਰ ਬਣ ਕੇ ਕੀ ਲੈਣਾ? ਠੀਕ ਹੈ ਨਾ। ਇਹਦੇ ਨਾਲ ਤਾਂ ਫਿਰ ਚੰਗਾ ਮਤਲਬ ਕਿ ਕੋਈ ਰੇਹੜੀ ਲਾ ਲੈਂਦੇ, ਪਰ ਚੰਗੇ ਇਨਸਾਨ ਤਾਂ ਬਣਦੇ। ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਅਗਰ ਮਨੁੱਖ ਲਾਲਚੀ ਹੈ, ਅਗਰ ਮਨੁੱਖ ਅਹੰਕਾਰੀ ਹੈ, ਤੇ ਸਮਝੋ ਉਹ ਪੜ੍ਹਿਆ ਲਿਖਿਆ ਹੋ ਕੇ ਵੀ ਮੂਰਖ ਹੀ ਹੈ। ਉਹ ਮੂਰਖ ਹੈ, ਸਿਰੇ ਦਾ ਮੂਰਖ ਹੈ। ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਸੋ ਇਹੋ ਜਿਹੇ ਅਫਸਰ ਬਣ ਕੇ ਕੀ ਕਰਨਾ ਬੱਚਿਓ? ਸੋ ਜਿਹੜੇ ਅਫਸਰ ਬਣਨਾ ਹੈ ਤੇ ਨਾਲ ਨਾਲ ਗੁਰਬਾਣੀ ਵੀ ਪੜ੍ਹਨੀ ਹੈ। ਇਟ ਇਜ਼ ਈਜ਼ੀਅਰ ਟੂ ਬਿਕਮ ਐਨ ਆਫਿਸਰ। ਅਫਸਰ ਬਣਨਾ ਤਾਂ ਬੜਾ ਆਸਾਨ ਹੈ, ਮੰਤਰੀ ਬਣਨਾ ਵੀ ਆਸਾਨ ਹੈ, ਪ੍ਰਧਾਨ ਮੰਤਰੀ ਵੀ ਬਣਨਾ ਬੜਾ ਆਸਾਨ ਹੈ, ਮੁੱਖ ਮੰਤਰੀ ਬਣਨਾ ਵੀ ਬੜਾ ਆਸਾਨ ਹੈ, ਕੋਈ ਵੱਡੀ ਗੱਲ ਨਹੀਂ। ਪਰਮਾਤਮਾ ਚਾਹੇ ਤਾਂ ਜਿਹਨੂੰ ਮਰਜ਼ੀ ਬਣਾ ਦੇਵੇ। ਬਟ ਇਟ ਇਜ਼ ਈਜ਼ੀਅਰ ਟੂ ਬਿਕਮ ਐਨ ਆਫਿਸਰ ਦੈਨ ਆ ਗੁੱਡ ਹਿਊਮਨ ਬੀਇੰਗ। ਪਰ ਇੱਕ ਚੰਗੇ ਇਨਸਾਨ ਬਣਨਾ ਬੜਾ ਔਖਾ ਹੈ। ਚੰਗੇ ਇਨਸਾਨ ਬਣਨ ਦਾ ਕੀ ਮਤਲਬ ਹੈ? ਮਨ ਵਿੱਚ ਦਇਆ ਹੋਣੀ, ਸੰਤੋਖ ਹੋਣਾ, ਧਰਮ ਦੀ ਕਿਰਤ ਕਰਨੀ, ਵੱਡੀ ਨਹੀਂ ਲੈਣੀ, ਵੱਡੀ ਨਹੀਂ ਦੇਣੀ, ਚੋਰੀ ਨਹੀਂ ਕਰਨੀ, ਪਰਾਇਆ ਹੱਕ ਨਹੀਂ ਮਾਰਨਾ। ਠੀਕ ਹੈ ਨਾ। ਅਫਸਰ ਬਣ ਕੇ ਜਨਤਾ ਦੀ ਸੇਵਾ ਕਰਨੀ, ਨਾ ਕਿ ਜਨਤਾ ਦਾ ਖੂਨ ਚੂਸਣਾ। ਪਰ ਜ਼ਿਆਦਾਤਰ ਤਾਂ ਸਾਡਾ ਹਾਲ ਸਮਾਜ ਦਾ ਇਹੀ ਹੈਗਾ। ਸੋ ਇਹ ਗੱਲਾਂ ਬੱਚੇ ਮੈਂ ਤਾਂ ਜਾਣ ਕੇ ਇੱਦਾਂ ਦੇ ਸੈਂਟੈਂਸ ਬਣਾਉਣਾ ਵੀ ਮਕਸਦ ਸਿਰਫ ਇੱਥੇ ਅੰਗਰੇਜ਼ੀ ਪੜ੍ਹਨ ਦਾ ਨਹੀਂ ਹੈ, ਮਕਸਦ ਹੈ ਕਿ ਨਾਲ ਅਸੀਂ ਕੋਈ ਗੱਲ ਸਿੱਖੀਏ ਵੀ ਜੀਵਨ ਦੀ। ਆਓ ਅੱਗੇ ਚਲੀਏ। ਓਕੇ, ਰੂਲਰਸ ਹੁੰਦੇ ਸ਼ਾਸਕ, ਰੂਲ ਕਰਨ ਵਾਲੇ, ਮਤਲਬ ਕਿ ਰਾਜ ਕਰਨ ਵਾਲੇ। ਆਹ ਡੈਮੋਕ੍ਰੇਸੀ, ਜਿਹਨੂੰ ਕਹਿੰਦੇ ਲੋਕਤੰਤਰ। ਇਹ ਸਾਡਾ ਦੇਸ਼ ਲੋਕਤੰਤਰ ਹੈ, ਜਿਹ 'ਚ ਵੋਟਾਂ ਪਾਈ ਜਾਂਦੀਆਂ, ਜਿਹਨੂੰ ਕਹਿੰਦੇ ਡੈਮੋਕ੍ਰੇਸੀ ਇਜ਼ ਅ ਰੂਲ, ਇਜ਼ ਅ ਗਵਰਨਮੈਂਟ ਬਾਏ ਦਾ ਪੀਪਲ, ਆਫ ਦਾ ਪੀਪਲ, ਫॉर ਦਾ ਪੀਪਲ। ਡੈਮੋਕ੍ਰੇਸੀ ਸਰਕਾਰ ਦਾ ਉਹ ਤੰਤਰ ਹੈ ਜੋ ਲੋਕਾਂ ਦੁਆਰਾ, ਲੋਕਾਂ ਲਈ ਅਤੇ ਲੋਕਾਂ ਦਾ ਹੀ ਹੁੰਦਾ ਹੈ। ਇਹਦਾ ਮਤਲਬ ਕਿ ਡੈਮੋਕ੍ਰੇਸੀ ਇਜ਼ ਨਾਟ ਰਨ ਬਾਏ ਰੂਲਰਸ, ਅਰਥਾਤ ਡੈਮੋਕ੍ਰੇਸੀ ਵਿੱਚ ਸ਼ਾਸਕ ਕੋਈ ਨਹੀਂ ਹੁੰਦੇ, ਬਟ ਬਾਈ ਇਲੈਕਟਿਡ ਰਿਪਰੈਜ਼ੈਂਟੇਟਿਵਸ। ਸਾਡੇ ਚੁਣੇ ਹੋਏ ਨੁਮਾਇੰਦੇ ਸਰਕਾਰ ਚਲਾਉਂਦੇ ਨੇ। ਅਰਥਾਤ ਚਾਹੇ ਮੁੱਖ ਮੰਤਰੀ ਹੈ, ਚਾਹੇ ਪ੍ਰਧਾਨ ਮੰਤਰੀ, MLA, ਉਹ ਸਾਡੇ ਰਾਜੇ ਰੂਜੇ ਕੋਈ ਨਹੀਂ ਹੈਗੇ। ਅਤੇ ਇਹਨਾਂ ਨੂੰ ਜ਼ਿਆਦਾ ਸਿਰ 'ਤੇ ਵੀ ਨਹੀਂ ਚੜ੍ਹਾਉਣਾ ਚਾਹੀਦਾ। ਅਸੀਂ ਕੀ ਕਰਦੇ ਹਾਂ, ਇਹਨਾਂ ਦੇ ਆਏ 'ਤੇ ਖੜ੍ਹੇ ਹੋ ਜਾਂਦੇ ਹਾਂ, ਹੈ ਨਾ, ਇਹਨਾਂ ਨੂੰ ਹਾਰ ਪਾਉਂਦੇ ਹਾਂ। ਇੱਦਾਂ ਦੀ ਬਾਹਰਲੇ ਦੇਸ਼ਾਂ 'ਚ, ਕੈਨੇਡਾ 'ਚ, ਅਮਰੀਕਾ 'ਚ, ਕਿਤੇ ਵੀ ਨਹੀਂ ਹੈਗਾ। ਮੈਂ ਕੈਨੇਡਾ ਗਿਆ ਅਤੇ ਉੱਥੇ ਦੇਖਦੇ ਹਾਂ ਕਿ ਜਿਹੜਾ MLA ਹੈਗਾ, ਉਹ ਆਪਣੀ ਕਾਰ 'ਚ ਆਪ ਚਲਾ ਕੇ ਆਉਂਦਾ, ਗੁਰਦੁਆਰੇ ਮੱਥਾ ਟੇਕਦਾ, ਪ੍ਰਧਾਨ ਸਾਹਿਬ ਕੋਲ 2 ਮਿੰਟ ਮੰਗਦਾ ਅਤੇ ਗੱਲ ਕਰਕੇ ਆਪਣੀ ਚਲਾ ਜਾਂਦਾ। ਅਤੇ ਅਸੀਂ ਕਈ ਵਾਰ ਦੇਖੇ ਸੁਪਰ ਮਾਰਕੀਟ ਵਿੱਚ ਉਹ ਆਪਣੇ ਘਰ ਦਾ ਸਮਾਨ, ਦਾਲ ਸਬਜ਼ੀ ਖਰੀਦਣ ਆਇਆ ਹੁੰਦਾ।
ਉਹਨਾਂ ਨੂੰ ਕੋਈ ਨੌਕਰ ਚਾਕਰ ਨਹੀਂ ਮਿਲੇ ਹੁੰਦੇ, ਕੋਈ ਸਿਪਾਹੀ ਸਪੂਈ ਵੀ ਨਹੀਂ ਮਿਲੇ ਹੁੰਦੇ। ਸੋ ਉਹ ਰਿਪਰੈਜ਼ੈਂਟੇਟਿਵ ਹੈਗੇ ਨੇ। ਸੋ ਪਰ ਸਾਡੇ ਕਿਉਂਕਿ ਇੰਡੀਆ ਵਿੱਚ ਅਸੀਂ ਇੱਥੇ ਰਾਜਿਆਂ ਦਾ ਰਾਜ ਰਿਹਾ ਅਤੇ ਸਾਡੀ ਹੱਡੀਆਂ 'ਚੋਂ ਹਾਲੇ ਤੱਕ ਉਹ ਰਾਜ ਕਰਨ ਦੀ ਜਿਹੜੀ ਹੈ ਨਾ ਉਹ ਰਾਜਾ ਪ੍ਰਜਾ ਦਾ ਹਾਲੇ ਤੱਕ ਉਹ ਜਿਹੜਾ ਸੰਸਕਾਰ ਗਏ ਨਹੀਂ ਹੈਗੇ। ਲੋਕੀ ਵੀ ਨਹੀਂ ਹਾਲੇ ਇਸ ਗੱਲ ਨੂੰ ਸਮਝਦੇ। ਅਸੀਂ ਸ਼ਹਿਰੀ ਹੈਗੇ ਹਾਂ, ਅਸੀਂ ਪ੍ਰਜਾ ਨਹੀਂ ਹੈਗੇ। ਅਤੇ ਜਿਹੜੇ ਇਹ ਮੁੱਖ ਮੰਤਰੀ ਹੋ ਗਏ ਜਾਂ MLA ਹੋ ਗਏ, ਇਹ ਕੋਈ ਸਾਡੇ ਰਾਜੇ ਰੂਜੇ ਕੋਈ ਨਹੀਂ ਹੈਗੇ, ਇਹ ਕੋਈ ਸਾਡੇ ਮਾਈ ਬਾਪ ਨਹੀਂ ਹੈਗੇ। ਇਹ ਸਾਡੇ ਟੈਕਸ 'ਚੋਂ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ। ਇਹ ਜਿਹੜੇ ਕਾਰਾਂ ਚਲਾਉਂਦੇ ਨੇ, ਬੰਗਲੇ ਲੈਂਦੇ ਨੇ, ਜਾਂ ਇਹਨੂੰ ਭੱਤੇ ਮਿਲਦੇ ਨੇ, ਪੈਨਸ਼ਨਾਂ ਮਿਲਦੀਆਂ, ਇਹ ਜਨਤਾ ਦਾ ਪੈਸਾ ਹੈ ਜੋ ਟੈਕਸ ਜਾਂਦਾ ਹੈ ਸਰਕਾਰ 'ਚ, ਉਹਨਾਂ ਕੋਲ ਲੈਂਦਾ। ਸੋ ਇਹ ਕਿਸਮ ਦੇ ਸਾਡੇ ਸਰਵਿਸ ਪ੍ਰੋਵਾਈਡਰ ਨੇ। ਜਿਵੇਂ ਅਸੀਂ ਦੁਕਾਨ ਤੋਂ ਸੌਦਾ ਲੈਂਦੇ ਹਾਂ, ਦੁਕਾਨ ਵਾਲਾ ਸਾਨੂੰ ਸੌਦਾ ਦਿੰਦਾ, ਜਾਂ ਅਸੀਂ ਕਿਸੇ ਕੋਲੋਂ ਆਪਣੀ ਵਾਸ਼ਿੰਗ ਮਸ਼ੀਨ ਠੀਕ ਕਰਾਉਂਦੇ ਹਾਂ, ਉਹ ਵਾਸ਼ਿੰਗ ਮਸ਼ੀਨ ਠੀਕ ਕਰਦਾ, ਉਹਨੂੰ ਪੈਸੇ ਦਿੰਦੇ ਹਾਂ। ਸੋ ਇਹ ਵੀ ਇੱਕ ਸੋਸ਼ਲ ਕੰਟਰੈਕਟ ਹੈਗਾ। ਮੈਂ ਤਾਂ ਦੱਸ ਰਿਹਾ ਬੱਚਿਓ ਕਿ ਆਪਣੇ ਦਿਮਾਗ 'ਚੋਂ ਇਹ ਗੱਲਾਂ ਅਸੀਂ ਕੱਢਣੀਆਂ, ਕਿਉਂਕਿ ਸਾਡੇ ਬਜ਼ੁਰਗਾਂ 'ਚੋਂ ਹਾਲੇ ਵੀ ਇਹ ਗੱਲਾਂ ਨਹੀਂ ਨਿਕਲੀਆਂ। ਉਹ MLAਆਂ ਦੇ ਮੋਹਰੇ ਉਹਨਾਂ ਦੀ MLA ਦੀ ਚਮਚਾਗਿਰੀਆਂ ਕਰਦੇ ਨੇ, ਮੁੱਖ ਮੰਤਰੀਆਂ ਦੀ ਚਮਚਾਗਿਰੀਆਂ ਕਰਦੇ ਨੇ, ਉਹਨਾਂ ਨਾਲ ਫੋਟੋ ਖਿਚਾਉਂਦੇ ਨੇ। ਉਹ ਫੋਟੋ ਖਿਚਾ ਕੇ ਆਪਣੇ ਕਮਰੇ 'ਚ ਲਗਾਉਂਦੇ ਨੇ, ਦੱਸਣ ਲਈ ਵੀ ਦੇਖੋ ਅਸੀਂ ਇਹਨੂੰ ਜਾਣਦੇ ਹਾਂ। ਠੀਕ ਹੈ ਨਾ। ਸੋ ਇਹ ਜਿਹੜੀ ਚੀਜ਼ ਹੈ, ਇਹ ਤੋਂ ਬਚਣਾ ਚਾਹੀਦਾ ਹੈ। ਡੈਮੋਕ੍ਰੇਸੀ ਇਜ਼ ਨਾਟ ਰਨ ਬਾਈ ਰੂਲਰਸ। ਡੈਮੋਕ੍ਰੇਸੀ ਸ਼ਾਸਕਾਂ ਰਾਹੀਂ ਨਹੀਂ ਚੱਲਦੀ। ਇਹ ਸਾਡੇ ਇਲੈਕਟਿਡ ਜਿਹਨੂੰ ਵੋਟਾਂ ਪਾ ਕੇ ਚੁਣਿਆ, ਇਹ ਸਾਡੇ ਨੁਮਾਇੰਦੇ ਨੇ। ਠੀਕ ਹੈ। ਇਹ ਸਾਡੇ ਰੂਲਰ ਨਹੀਂ ਹੈਗੇ, ਸ਼ਾਸਕ ਨਹੀਂ ਹੈਗੇ। ਨਾ ਇਹ ਸਾਡੇ ਰਾਜਾ ਹੈਗੇ ਨੇ ਅਤੇ ਨਾ ਅਸੀਂ ਇਹਨਾਂ ਦੀ ਪ੍ਰਜਾ ਹੈਗੇ ਹਾਂ। ਸੋ ਅਸੀਂ ਇੱਕ ਸਧਾਰਨ ਤੋਂ ਸਧਾਰਨ ਨਾਗਰਿਕ ਵੀ ਜਿਹੜਾ ਪਿੰਡ ਵਿੱਚ ਰਹਿੰਦਾ ਹੈ, ਕਿਸਾਨ ਹੈਗਾ, ਉਹਦੇ ਵਿੱਚ ਅਤੇ ਮੁੱਖ ਮੰਤਰੀ ਵਿੱਚ, ਪ੍ਰਧਾਨ ਮੰਤਰੀ ਵਿੱਚ ਕੋਈ ਫਰਕ ਨਹੀਂ ਹੈਗਾ। ਦੋਨੋਂ ਬਰਾਬਰ ਨੇ, ਦੋਨਾਂ ਦੇ ਹੱਕ ਬਰਾਬਰ ਨੇ ਇੱਕਦਮ। ਠੀਕ ਹੈ। ਸੋ ਇਹ ਗੱਲ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਸਾਨੂੰ ਬਿਠਾ ਲੈਣਾ ਚਾਹੀਦਾ ਹੈ। ਅਤੇ ਅਗਲੀ ਗੱਲ ਹੈ ਕਰੂਅਲ ਐਂਡ ਰੁਥਲੈਸ ਰੂਲਰਸ। ਕਰੂਅਲ ਮੈਨੇ ਜ਼ਾਲਮ, ਰੁਥਲੈਸ ਮੈਨੇ ਕਠੋਰ। ਰੂਲਰ ਸ਼ਾਸਕ ਆਰ ਇਵੈਂਚੁਅਲੀ ਮੈਨੇ ਅਖੀਰ ਨੂੰ ਪਨਿਸ਼ਡ, ਮਤਲਬ ਕਿ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਕਿਹਨਾਂ ਵੱਲੋਂ? ਬਾਏ ਦੇਅਰ ਓਨ ਸਬਜੈਕਟਸ। ਫਰੈਂਚ ਰੈਵੋਲੂਸ਼ਨ 'ਚ ਇੱਦਾਂ ਹੀ ਹੋਇਆ ਸੀਗਾ, ਰਾਜੇ ਰਾਣੀਆਂ ਦਾ ਬੜਾ ਬੁਰਾ ਹਾਲ ਹੋਇਆ ਸੀਗਾ। ਰਸ਼ੀਅਨ ਰੈਵੋਲੂਸ਼ਨ 'ਚ ਵੀ ਇੱਦਾਂ ਹੀ ਹੋਇਆ ਸੀਗਾ। ਮੁਗਲਾਂ ਦਾ ਹਾਲ ਵੀ ਇਹੀ ਹੋਇਆ ਸੀਗਾ। ਸੋ ਜਦੋਂ ਵੀ ਕੋਈ ਸੱਤਾ ਵਿੱਚ ਆ ਕੇ ਰਾਜ ਦੇ ਸੱਤਾ ਵਿੱਚ, ਕੁਰਸੀ ਦੇ ਮੋਹ ਵਿੱਚ, ਕੁਰਸੀ ਦੇ ਹੰਕਾਰ ਵਿੱਚ, ਤਾਕਤ ਵਿੱਚ, ਸਿਆਸੀ ਤਾਕਤ, ਜਿਹੜੇ ਬੰਦੇ ਅੰਨੇ ਹੋ ਜਾਂਦੇ ਨੇ, ਜ਼ੁਲਮ ਕਰਦੇ ਨੇ, ਕਠੋਰ ਕਰਦੇ ਨੇ, ਅਤੇ ਫਿਰ ਉਹਨਾਂ ਨੂੰ ਸਜ਼ਾ ਜਿਹੜੇ ਉਹਨਾਂ ਦੇ ਆਪਣੇ ਵਸ਼ਿੰਦੇ ਹੁੰਦੇ ਨੇ, ਆਪਣੀ ਪ੍ਰਜਾ ਹੁੰਦੀ ਹੈ, ਆਪਣੇ ਲੋਕ ਹੁੰਦੇ ਨੇ, ਉਹੀ ਉਹਨਾਂ ਨੂੰ ਫਿਰ ਸਜ਼ਾ ਦਿੰਦੇ ਨੇ। ਕਿਉਂਕਿ ਇਹ ਕੁਦਰਤ ਦਾ ਕਾਨੂੰਨ ਹੈਗਾ। ਕਿਉਂਕਿ ਜ਼ੁਲਮ ਕਰਨਾ, ਕਠੋਰਤਾ ਕਰਨੀ, ਇਹ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ। ਕਿਉਂ ਗੁਰੂ ਸਾਹਿਬ ਕਹਿੰਦੇ ਹਰ ਜੀਓ ਅਹੰਕਾਰ ਨਾ ਭਾਵੇ। ਹਰੀ ਪਰਮਾਤਮਾ ਨੂੰ ਅਹੰਕਾਰ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਸੋ ਜਿਹੜਾ ਅਹੰਕਾਰੀ ਬੰਦਾ ਹੁੰਦਾ ਹੈ, ਜ਼ਾਲਿਮ ਹੁੰਦਾ ਹੈ, ਕਠੋਰ ਹੁੰਦਾ ਹੈ, ਉਹਦਾ ਅੰਤ ਮਾੜਾ ਹੀ ਹੁੰਦਾ ਹੈ। ਅਤੇ ਅੰਤ ਵੀ ਕੇਵਲ ਚੌਧਰੀ, ਵੱਡੇ ਚੌਧਰੀ ਹੁੰਦੇ ਨੇ, ਉਹ ਆਪਣੇ ਨੌਕਰਾਂ ਹੱਥੋਂ ਹੀ ਮਰਦੇ ਨੇ। ਇਹ ਵੀ ਇੱਕ ਅਸੂਲ ਹੈਗਾ ਕੁਦਰਤ ਦਾ। ਠੀਕ ਹੈ। ਅਗਲਾ ਦੇਖੀਏ ਫਰੀਡਮ। ਫਰੀਡਮ ਦਾ ਮਤਲਬ ਹੈਗਾ ਆਜ਼ਾਦੀ। ਫਰੀਡਮ ਆਫ ਸਪੀਚ ਅਰਥਾਤ ਬੋਲਣ ਦੀ ਆਜ਼ਾਦੀ ਇਜ਼ ਐਵਰੀਵਨਸ, ਹਰ ਕਿਸੇ ਦਾ ਫੰਡਾਮੈਂਟਲ ਰਾਈਟ, ਬੁਨਿਆਦੀ ਹੱਕ ਹੈ। ਇਹ ਜਮਾਂਦਰੂ ਹੱਕ ਹੈ। ਹਰ ਮਨੁੱਖ ਨੂੰ ਆਪਣੀ ਗੱਲ ਕਹਿਣ ਦਾ, ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਹੈ। ਕਿਸੇ ਬੰਦੇ ਨੂੰ ਡਰਾ ਕੇ, ਧਮਕਾ ਕੇ, ਲਾਲਚ ਦੇ ਕੇ, ਵਰਗਲਾ ਕੇ, ਧਮਕੀ ਦੇ ਕੇ ਉਹਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਠੀਕ ਹੈ। ਸੋ ਇਹ ਸਾਡਾ ਸੰਵਿਧਾਨ ਵੀ ਦਿੰਦਾ ਹੈ, ਅਤੇ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਵੀ ਸਾਨੂੰ ਕਹੀ ਹੈ, ਸਮਝਾਈ ਹੋਈ ਹੈ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਭਗਤ ਕਬੀਰ ਜੀ ਦੀ ਬਾਣੀ ਹੈ। ਠੀਕ ਹੈ ਨਾ। ਸਭ ਮੈਂ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਹਰ ਮਨੁੱਖ ਵਿੱਚ ਪਰਮਾਤਮਾ ਦੀ ਜੋਤ ਹੈ। ਹਰ ਮਨੁੱਖ ਦੇ ਹੱਕ ਇੱਕੋ ਜਿਹੇ ਹਨ, ਅਤੇ ਹਰ ਮਨੁੱਖ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਨ ਤੌਰ 'ਤੇ ਹੱਕ ਹੈ। ਚਾਹੇ ਉਹ ਵਿਚਾਰ ਦਾ ਮੁੱਦਈ ਉਹ ਇਕੱਲਾ ਹੀ ਕਿਉਂ ਨਾ ਹੋਵੇ। ਹੁਣ ਸਾਡਾ ਦੇਸ਼ 130 ਕਰੋੜ ਤੋਂ ਉੱਪਰ ਬੰਦੇ ਨੇ। ਹੁਣ ਇਹਨਾਂ 'ਚੋਂ ਬੰਦਾ ਕੋਈ ਇੱਕ ਵੱਖਰਾ ਵਿਚਾਰ ਰੱਖਣਾ ਚਾਹੁੰਦਾ ਹੈ, ਅਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਕੀ ਸਾਰੇ ਇੰਨੇ ਕਰੋੜ ਬੰਦੇ ਇਸ ਗੱਲ ਨੂੰ ਮੰਨਦੇ ਨੇ, ਤੂੰ ਇਹ ਗੱਲ ਨਹੀਂ ਕਹਿ ਸਕਦਾ। ਨਹੀਂ, ਭਾਵੇਂ ਉਹ ਬੰਦਾ ਇੱਕ ਹੀ ਕਿਉਂ ਨਾ ਹੋਵੇ ਆਪਣੇ ਵਿਚਾਰ ਵੱਖਰੇ ਰੱਖਣ ਵਾਲਾ, ਉਹਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਠੀਕ ਹੈ। ਸੋ ਫਰੀਡਮ ਆਫ ਸਪੀਚ ਇਹਨੂੰ ਕਹਿੰਦੇ ਬੋਲਣ ਦੀ ਆਜ਼ਾਦੀ। ਠੀਕ ਹੈ। ਅਗਲਾ ਫਿਰ ਆ ਗਿਆ ਫਰੀਡਮ ਵਿਦਾਊਟ ਰਿਸਪੋਂਸੀਬਿਲਿਟੀ। ਨਾਲ ਦੇਖੋ ਇਹ ਵੀ ਗੱਲ ਹੈਗੀ ਹੈ, ਜੇ ਫਰੀਡਮ ਹੈਗੀ ਹੈ ਅਤੇ ਹੁਣ ਜੇ ਬੋਲਣ ਦਾ ਹੱਕ ਹੈ ਤਾਂ ਉਹਨੇ ਥੋੜ੍ਹੀ ਕਿ ਮੈਂ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਵਾਂ, ਮੈਂ ਕੌੜਾ ਬੋਲਣਾ ਸ਼ੁਰੂ ਕਰ ਦੇਵਾਂ, ਇਹਦਾ ਮਤਲਬ ਨਹੀਂ ਹੈਗਾ। ਸੋ ਫਰੀਡਮ ਵਿਦਾਊਟ ਰਿਸਪੋਂਸੀਬਿਲਿਟੀ, ਜਦੋਂ ਕੋਈ ਹੱਕ ਮਿਲਦਾ ਹੈ, ਹੱਕ ਦੇ ਨਾਲ ਜ਼ਿੰਮੇਵਾਰੀ ਵੀ ਆ ਜਾਂਦੀ ਹੈ। ਜਦੋਂ ਕਿਸੇ ਨੂੰ ਅਹੁਦਾ ਮਿਲਦਾ ਹੈ, ਹੁਣ ਕੋਈ ਅਗਰ ਮੰਨ ਲਓ ਕੋਈ ਸਰਕਾਰੀ ਅਹੁਦਾ ਮਿਲਿਆ ਹੈ, ਕੋਈ ਉਹਨੂੰ ਮਤਲਬ ਕਿ ਤਨਖਾਹ ਮਿਲ ਰਹੀ ਹੈ, ਗੱਡੀ ਮਿਲ ਰਹੀ ਹੈ, ਅਤੇ ਹੁਣ ਗੱਡੀ ਝੂਟੇ ਲੈਣ ਲਈ ਥੋੜ੍ਹੀ ਮਿਲੀ ਹੈ।
ਜਾਂ ਬੰਗਲਾ ਸੌਣ ਲਈ ਥੋੜ੍ਹੀ ਮਿਲਿਆ। ਇਹਦਾ ਮਤਲਬ ਜੇ ਉਹਨੂੰ ਇਹ ਸਹੂਲਤਾਂ ਮਿਲੀਆਂ ਤੇ ਇਹਦਾ ਮਤਲਬ ਇਹ ਕਿ ਹੁਣ ਆਪਣਾ ਕੰਮ ਇਮਾਨਦਾਰੀ ਨਾਲ ਕਰੇ। ਤੇ ਜਿਹੜੀ ਜਨਤਾ ਦੇ ਟੈਕਸ ਵਿੱਚੋਂ ਉਹ ਗੱਡੀ ਦਾ ਪੈਟਰੋਲ ਜਾ ਰਿਹਾ, ਉਹ ਬੰਗਲੇ ਦੀ ਜਿਹੜੀ ਹੈ ਰੱਖ ਰਖਾਵ ਦਾ ਖਰਚਾ ਜਾ ਰਿਹਾ ਹੈ, ਉਹਨੂੰ ਉਹ ਹਲਾਲ ਕਰੇ, ਹਰਾਮਖੋਰੀ ਨਾ ਕਰੇ, ਉਹ ਮਿਹਨਤ ਨਾਲ ਕੰਮ ਕਰੇ। ਸੋ ਫਰੀडम ਵਿਦਆਊਟ ਰਿਸਪੌਂਸਿਬਿਲਿਟੀ ਅਰਥਾਤ ਜ਼ਿੰਮੇਵਾਰੀ ਤੋਂ ਬਿਨਾਂ ਆਜ਼ਾਦੀ ਜਿਹੜੀ ਹੈ ਇਜ਼ ਮੀਨਿੰਗਲੈਸ, ਉਹ ਅਰਥਹੀਣ ਹੈ, ਉਹ ਕਿਸੇ ਲੇਖੇ 'ਚ ਨਹੀਂ। ਹੁਣ ਫਰੀडम ਦਾ ਮਤਲਬ ਥੋੜ੍ਹੀ ਕਿ ਮੇਰਾ ਗਾਣਾ ਸੁਣਨ ਨੂੰ ਜੀ ਕਰ ਰਿਹਾ ਰਾਤੀ 10 ਵਜੇ ਅਤੇ ਮੈਂ ਉੱਚੀ ਜਾਣੀ ਆਪਣਾ ਮਿਊਜ਼ਿਕ ਸਿਸਟਮ ਚਲਾ ਲਵਾਂ ਅਤੇ ਗੁਆਂਢੀਆਂ ਦੀ ਨੀਂਦ ਖਰਾਬ ਕਰਨੀ ਸ਼ੁਰੂ ਕਰ ਦੇਵਾਂ, ਡੀਜੇ ਲਾ ਕੇ ਬਹਿ ਜਾਵਾਂ 11 ਵਜੇ ਰਾਤੀ ਪਿੰਡ ਵਿੱਚ ਅਤੇ ਕਹਾਂ ਜੀ ਮੇਰੀ ਆਜ਼ਾਦੀ ਹੈਗੀ ਹੈ। ਆਜ਼ਾਦੀ ਦਾ ਮਤਲਬ ਹੈ ਕਿ ਮੈਂ ਜੇ ਮਿਊਜ਼ਿਕ ਸੁਣਨਾ ਹੈ ਅਤੇ ਉਹ ਮਿਊਜ਼ਿਕ ਦੀ ਵੋਲਿਊਮ ਇੰਨੀ ਹੋਣੀ ਚਾਹੀਦੀ ਹੈ ਕਿ ਮੇਰੀ ਘਰ ਦੀ ਦੀਵਾਰ ਤੋਂ ਬਾਹਰ ਆਵਾਜ਼ ਨਹੀਂ ਜਾਣੀ ਚਾਹੀਦੀ, ਠੀਕ ਹੈ। ਅਤੇ ਜੇ ਮੈਨੂੰ ਫਰੀडम ਮਿਲੀ ਹੈ ਕਿ ਮੈਂ ਗੱਡੀ ਚਲਾ ਸਕਦਾ ਅਤੇ ਗੱਡੀ ਚਲਾਉਣ ਦਾ ਮਤਲਬ ਨਹੀਂ ਕਿ ਮੈਂ ਟੈਂ ਕਰੀ ਜਾਵਾਂ ਹਰ ਵੇਲੇ, ਹੌਰਨ ਵਜਾਈ ਜਾਵਾਂ। ਅਤੇ ਮੈਨੂੰ ਪਤਾ ਹੋਣਾ ਚਾਹੀਦਾ ਕਿ ਗੱਡੀ ਕਿੱਦਾਂ ਚਲਾਉਣੀ ਹੈ, ਗੱਡੀ ਲਾਇਸੈਂਸ ਤੋਂ ਬਿਨਾਂ ਨਹੀਂ ਚਲਾਉਣੀ, ਉਹਦਾ ਪੋਲਿਊਸ਼ਨ ਸਰਟੀਫਿਕੇਟ ਵੈਲਿਡ ਹੋਣਾ ਚਾਹੀਦਾ, ਠੀਕ ਹੈ ਨਾ। ਉਹ ਗੱਡੀ ਦੀ ਸਾਰੀਆਂ ਜਿਹੜੀਆਂ ਸਰਵਿਸ ਪੂਰੀ ਕੀਤੀ ਹੋਣੀ ਚਾਹੀਦੀ ਹੈ। ਰੈੱਡ ਲਾਈਟ 'ਤੇ ਮੈਨੂੰ ਰੁਕਣਾ, ਮੈਨੂੰ ਪਤਾ ਹੋਣਾ ਚਾਹੀਦਾ ਮੈਂ ਰੁਕਣਾ ਹੈਗਾ, ਅਤੇ ਮੈਂ ਕਿੱਦਾਂ ਮੁੜਨਾ, ਕਿੱਥੇ ਰੁਕਣਾ, ਕਿੱਥੇ ਗੱਡੀ ਪਾਰ ਕਰਨੀ ਹੈ, ਮੈਨੂੰ ਇਹਦਾ ਵੀ ਪਤਾ ਹੋਣਾ ਚਾਹੀਦਾ। ਅਤੇ ਉਸ ਸੜਕ ਦੇ ਉੱਤੇ ਸਪੀਡ ਲਿਮਿਟ ਕਿੰਨੀ ਹੈਗੀ ਹੈ, ਉਹ ਸਪੀਡ ਨੂੰ ਮੈਂ ਕ੍ਰਾਸ ਨਹੀਂ ਕਰਨਾ। ਸੋ ਇਹ ਹੁੰਦੀ ਹੈ ਫਰੀडम ਵਿਦ ਰਿਸਪੌਂਸਿਬਿਲਿਟੀ, ਠੀਕ ਹੈ ਬੱਚਿਓ। ਆਓ ਅੱਗੇ ਚਲੀਏ। ਹੁਣ ਆ ਗਿਆ ਪਾਵਰਫੁਲ। ਪਾਵਰਫੁਲ ਦਾ ਮਤਲਬ ਹੈ ਤਾਕਤਵਰ। ਪਾਵਰ ਮੈਨੇ ਤਾਕਤ, ਸ਼ਕਤੀ, ਸਮਰੱਥਾ, ਅਤੇ ਪਾਵਰਫੁਲ ਬਣੇ ਤਾਕਤ ਨਾਲ ਭਰਪੂਰ। ਦੀ ਪਾਵਰਫੁਲ ਬ੍ਰਿਟਿਸ਼ ਅੰਪਾਇਰ ਇਜ਼ ਨੋਵੇਅਰ ਟੂ ਬੀ ਸੀਨ ਨਾਓ। ਬੱਚੇ ਦੇਖੋ, ਇੱਕ ਟਾਈਮ 'ਚ ਕਿਹਾ ਜਾਂਦਾ ਸੀਗਾ ਜਿਹੜਾ ਬ੍ਰਿਟਿਸ਼ ਅੰਪਾਇਰ ਹੈ ਨਾ, ਅੰਗਰੇਜ਼ਾਂ ਦਾ ਰਾਜ, ਉਹ 'ਚ ਸੂਰਜ ਨਹੀਂ ਡੁੱਬਦਾ। ਮਤਲਬ ਪੂਰਬ ਵਾਲੇ ਪਾਸੇ ਵੀ ਉਹਨਾਂ ਦਾ ਰਾਜ ਸੀ, ਪੱਛਮ ਵਾਲੇ ਪਾਸੇ ਵੀ ਰਾਜ ਸੀ। ਇੱਕ ਦੇਸ਼ ਵਿੱਚ ਸੂਰਜ ਡੁੱਬਦਾ ਸੀ ਅਤੇ ਦੂਜੇ ਦੇਸ਼ ਵਿੱਚ ਉਹਨਾਂ ਦਾ ਸੂਰਜ ਚੜ੍ਹ ਜਾਂਦਾ ਸੀ। ਅਤੇ ਇੱਕ ਅਖਾਣ ਮਸ਼ਹੂਰ ਹੋ ਗਿਆ ਸੀਗਾ ਕਿ ਗੋਰਿਆਂ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਡੁੱਬਦਾ। ਅੱਜ ਉਹ ਗੋਰੇ ਕਿੱਥੇ ਨੇ? ਖਤਮ। ਕੋਈ ਬ੍ਰਿਟਿਸ਼ ਨੂੰ ਨਹੀਂ ਪੁੱਛਦਾ। ਅੱਜ ਚੜ੍ਹਤ ਕਿਹਦੀ ਹੈਗੀ ਹੈ? ਅੱਜ ਅਮਰੀਕਾ ਦੀ ਚੜ੍ਹਤ ਹੈਗੀ ਹੈ। ਹੁਣ ਅਮਰੀਕਾ ਦੀ ਚੜ੍ਹਤ ਵੀ ਥੱਲੇ ਘਟਦੀ ਪਈ ਹੈ। ਹੁਣ ਚੀਨ ਦੀ ਚੜ੍ਹਤ ਚੜ੍ਹਦੀ ਪਈ ਹੈ, ਹੁਣ ਚੀਨ ਉੱਤੇ ਹੋ ਰਿਹਾ। ਸੋ ਇਹ ਜਿਹੜਾ ਦੌਰ ਹੈ ਚੱਲਦਾ ਰਹਿੰਦਾ, ਕਦੀ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ। ਮੈਂ ਹੁਣੀ ਬੱਚਿਓ ਕੱਲ੍ਹ ਪਰਸੋਂ ਮੈਂ ਇੱਕ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹ ਰਿਹਾ ਸੀਗਾ। ਉਹ ਕਹਿੰਦੇ ਨੇ ਬਾਰੂ ਕੀ ਭੀਤ ਜੈਸੇ ਵਸੁਧਾ ਕੋ ਰਾਜ ਹੈ। ਵਸੁਧਾ ਹੁੰਦੀ ਧਰਤੀ। ਕਹਿੰਦੇ ਜੇ ਮੰਨ ਲਓ ਪੂਰੀ ਧਰਤੀ ਦਾ ਰਾਜ ਵੀ ਕਿਸੇ ਨੂੰ ਮਿਲ ਜਾਵੇ ਨਾ, ਅਤੇ ਉਹ ਰਾਜ ਵੀ ਇੱਦਾਂ ਹੀ ਹੈ ਜਿੱਦਾਂ ਰੇਤ ਦੀ ਕੰਧ। ਰੇਤ ਦੀ ਕੰਧ ਕਿੰਨੀ ਦੇਰ ਟਿਕੀ ਰਹਿੰਦੀ ਹੈ? ਕਿਰ ਕੇ ਉੱਦਾਂ ਹੀ ਥੋੜ੍ਹੀ ਦੇਰ ਬਾਅਦ ਖਤਮ ਹੋ ਜਾਂਦੀ ਹੈ। ਜੇ ਕੋਈ ਪੂਰੀ ਧਰਤੀ ਦਾ ਰਾਜ ਵੀ ਲੈ ਲਵੇ ਅਤੇ ਉਹ ਵੀ ਕੋਈ ਵੱਡੀ ਗੱਲ ਨਹੀਂ। ਉਹ ਵੀ ਬਾਰੂ ਕੀ ਭੀਤ ਜੈਸੇ, ਭੀਤ ਹੁੰਦੀ ਕੰਧ, ਬਾਰੂ ਮੈਨੇ ਰੇਤਾ, ਰੇਤ ਦੀ ਕੰਧ ਦੀ ਨਿਆਈਏ। ਕੋਈ ਵੀ ਚੀਜ਼ ਸਦਾ ਰਹਿਣ ਵਾਲੀ ਨਹੀਂ। ਨਾ ਧੀਆਂ ਪੁੱਤ, ਨਾ ਮਾਤਾ ਪਿਤਾ, ਨਾ ਭੈਣ ਭਰਾ, ਨਾ ਅਹੁਦੇ, ਨਾ ਰਾਜਪਾਟ, ਨਾ ਕੁਰਸੀਆਂ, ਨਾ ਹੀਰੇ ਮੋਤੀ, ਨਾ ਸੋਨਾ ਚਾਂਦੀ, ਨਾ ਖੇਤ। ਇਹ ਜਿਹਨਾਂ ਮਗਰ ਲੱਗ ਕੇ ਬੰਦਾ ਮਾਟੀ ਕੋ ਪੁਤਰਾ ਕੈਸੇ ਨੱਚਦਾ ਹੈ, ਮਿੱਟੀ ਦਾ ਪੁਤਲਾ ਨੱਚਿਆ ਫਿਰਦਾ, ਛਲ ਕਪਟ ਕਰਦਾ ਹੈ, ਹੇਰਾ ਫੇਰੀਆਂ ਕਰਦਾ ਹੈ, ਝੂਠ ਬੋਲਦਾ ਹੈ, ਫਰੇਬ ਕਰਦਾ ਹੈ, ਸਭ ਇੱਥੇ ਰਹਿ ਜਾਂਦਾ। ਕੁਛ ਨਹੀਂ ਪਤਾ, ਕੁਛ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ। ਸੋ ਦੀ ਪਾਵਰਫੁਲ ਬ੍ਰਿਟਿਸ਼ ਅੰਪਾਇਰ ਇਜ਼ ਨੋ ਵੇਅਰ ਟੂ ਬੀ ਸੀਨ ਨਾਓ। ਅੱਜ ਮਤਲਬ ਕਿ ਉਹ ਕਿਤੇ ਨਜ਼ਰ ਵੀ ਨਹੀਂ ਆਉਂਦਾ, ਕੋਈ ਉਹਨਾਂ ਦੀ ਬਾਤ ਵੀ ਨਹੀਂ ਜ਼ਿਆਦਾ ਪੁੱਛਦਾ, ਉਹਨਾਂ ਦੀ ਕੋਈ ਇੰਨੀ ਵੈਲਿਊ ਵੀ ਨਹੀਂ ਹੈਗੀ। ਇੰਟਰਨੈਸ਼ਨਲੀ ਕੋਈ ਉਹਨਾਂ ਦੀ ਕੋਈ ਬੁੱਕਤ ਨਹੀਂ ਹੈਗੀ। ਉਹ ਬਲਕਿ ਹੁਣ ਜਿੱਦਾਂ ਅਮਰੀਕਾ ਨਚਾਉਂਦਾ ਹੈ, ਇਹ ਗੱਲ ਮਸ਼ਹੂਰ ਹੈ ਕਿ ਅਮਰੀਕਾ ਦੀ ਕਿਸੇ ਗੱਲ ਨੂੰ ਬ੍ਰਿਟਿਸ਼ ਲੋਕ ਹੁਣ ਨਾ ਨਹੀਂ ਕਰਦੇ। ਜਿਸ ਪਾਸੇ ਅਮਰੀਕਾ ਕੰਨ ਮਰੋੜਦਾ ਉਸ ਪਾਸੇ ਬ੍ਰਿਟਿਸ਼ ਲੋਕ ਵੀ ਜਾਂਦੇ ਨੇ। ਅਤੇ ਜਿਹੜੇ ਬ੍ਰਿਟਿਸ਼ ਇੱਕ ਵੇਲੇ ਸਾਰੀ ਦੁਨੀਆ 'ਤੇ ਰਾਜ ਕਰਦੇ ਸੀਗੇ, ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਇਹ ਬੰਦੇ ਨੂੰ ਕਿਸੇ ਵੀ ਚੀਜ਼ ਦਾ ਮਾਣ ਅਹੰਕਾਰ ਨਹੀਂ ਕਰਨਾ ਚਾਹੀਦਾ। ਅਗਲਾ ਸੈਂਟੈਂਸ ਹੈ ਬੱਚਿਓ, ਈਵਨ ਦੀ ਮੋਸਟ ਪਾਵਰਫੁਲ ਪੀਪਲ ਸੀ ਦੇਅਰ ਐਂਡ ਵਨ ਡੇ। ਸਭ ਤੋਂ ਤਾਕਤਵਰ ਲੋਕ, ਸਭ ਤੋਂ ਦੀ ਮੋਸਟ ਪਾਵਰਫੁਲ, ਸਭ ਤੋਂ ਦੁਨੀਆ ਸਭ ਤੋਂ ਤਾਕਤਵਰ ਲੋਕ ਵੀ ਇੱਕ ਦਿਨ ਆਪਣਾ ਅੰਤ ਵੇਖ ਲੈਂਦੇ ਨੇ। ਉਹਨਾਂ ਦਾ ਅੰਤ ਵੀ ਆ ਜਾਂਦਾ ਹੈ। ਸਿਕੰਦਰ ਚਲਾ ਗਿਆ, ਔਰੰਗਜ਼ੇਬ ਚਲਾ ਗਿਆ, ਕਮਿਊਨਿਸਟ ਚਲੇ ਗਏ, ਆਉਂਦੇ ਜਾਂਦੇ ਸਾਰੇ। ਰਾਮ ਗਿਓ ਰਾਵਣ ਗਿਓ ਜਾਂ ਕੋ ਗੋ ਪਰਿਵਾਰ। ਰਾਵਣ ਜਿਹਦੇ ਬਾਰੇ ਕਹਿੰਦੇ 1 ਲੱਖ ਪੂਤ 1.25 ਲੱਖ ਨਾਥੀ ਤੈ ਰਾਵਣ ਕਰ ਦੀਆ ਨਾ ਬਾਤੀ। ਜਿਹਦੇ ਕਹਿੰਦੇ 1 ਲੱਖ ਪੁੱਤਰ ਸੀ, 1.25 ਲੱਖ ਪੋਤਰੇ ਸੀ, ਉਹਦਾ ਕੋਈ ਮਿਲਦਾ, ਕੋਈ ਖੰਡਰ, ਕੋਈ ਟਿਕਾਣਾ ਮਿਲਦਾ ਵੀ ਰਾਵਣ ਇੱਥੇ ਰਹਿੰਦਾ ਸੀਗਾ? ਨਾ ਕੋਈ ਦੀਵਾ, ਨਾ ਕੋਈ ਬੱਤੀ, ਕੋਈ ਨਾਮੋ ਨਿਸ਼ਾਨ ਨਹੀਂ ਰਹਿ ਗਿਆ, ਸਭ ਖਤਮ ਹੋ ਗਿਆ, ਠੀਕ ਹੈ। ਆਓ ਅੱਗੇ ਚਲੀਏ। ਨੇਸ਼ਨ। ਨੇਸ਼ਨ ਮੈਨੇ ਹੁੰਦਾ ਹੈ ਬੱਚਿਓ ਦੇਸ਼, ਜਿੱਦਾਂ ਕੰਟਰੀ ਹੈ ਨਾ।
ਸੋ ਅਸੀਂ ਕਹਾਂਗੇ ਇੰਡੀਆ ਇਜ਼ ਅ ਮਲਟੀ ਕਲਚਰਲ ਐਂਡ ਮਲਟੀ ਲਿੰਗੁਅਲ ਨੇਸ਼ਨ। ਇਹ ਬੜੀ ਇੰਪੋਰਟੈਂਟ ਗੱਲ ਹੈ ਬੱਚਿਓ, ਚੰਗੀ ਤਰ੍ਹਾਂ। ਕਲਚਰ ਹੁੰਦਾ ਬੱਚਿਓ ਸੱਭਿਆਚਾਰ, ਕਲਚਰਲ ਮੈਨੇ ਸੱਭਿਆਚਾਰ ਨਾਲ ਜੁੜਿਆ, ਮਲਟੀ ਮੈਨੇ ਬਹੁ ਸੱਭਿਆਚਾਰੀ, ਲਿੰਗੁਅਲ ਮੈਨੇ ਭਾਸ਼ਾ ਨਾਲ ਜੁੜਿਆ, ਮਲਟੀ ਲਿੰਗੁਅਲ ਮੈਨੇ ਬਹੁ ਭਾਸ਼ੀਆਂ, ਨੇਸ਼ਨ। ਇੰਡੀਆ ਇਜ਼ ਅ ਮਲਟੀ ਕਲਚਰਲ ਐਂਡ ਮਲਟੀ ਲਿੰਗੁਅਲ ਨੇਸ਼ਨ। ਇੰਡੀਆ ਜਿਹੜਾ ਹੈ ਬੱਚਿਓ ਉਹ ਇਹ 'ਚ ਬਹੁਤ ਸਾਰੇ ਸੱਭਿਆਚਾਰ ਨੇ ਅਤੇ ਬਹੁਤ ਸਾਰੀਆਂ ਬੋਲੀਆਂ ਦਾ ਦੇਸ਼ ਹੈ। ਹੁਣ ਬੱਚਿਓ ਇੱਥੇ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ 'ਚ ਵਾਧਾ ਕਰਾਂ। ਤੁਹਾਨੂੰ ਪਤਾ ਹੈ ਇੰਡੀਆ ਵਿੱਚ ਕਿੰਨੀਆਂ ਭਾਸ਼ਾਵਾਂ, ਜਿਹੜੀ ਸ਼ੈਡਿਊਲਡ ਭਾਸ਼ਾ ਹੈਗੀਆਂ ਨੇ, ਉਹ ਹੈਗੀਆਂ 22 ਭਾਸ਼ਾਵਾਂ, ਅਤੇ ਸਾਰੀਆਂ ਦੀ ਸਾਰੀਆਂ 22 ਭਾਸ਼ਾਵਾਂ ਇੰਡੀਆ ਦੀਆਂ ਰਾਸ਼ਟਰ ਭਾਸ਼ਾਵਾਂ ਹਨ। ਇੱਕ ਬੱਚਾ ਬੜਾ ਵੱਡਾ ਅਗਿਆਨਤਾ ਦਾ ਜਿਹੜਾ ਭਰਮ ਹੈ ਨਾ ਸਾਡੇ ਇੰਡੀਆ 'ਚ ਫੈਲਿਆ ਹੋਇਆ ਹੈ, ਕਈ ਟੀਚਰਾਂ ਨੂੰ ਵੀ ਭਰਮ ਹੈਗਾ। ਉਹ ਕਹਿੰਦੇ ਨੇ ਕਿ ਹਿੰਦੀ ਜਿਹੜੀ ਹੈ ਨਾ ਉਹ ਰਾਸ਼ਟਰ ਭਾਸ਼ਾ ਹੈ। ਬਿਲਕੁਲ ਝੂਠ, ਇੱਕ ਨੰਬਰ ਦਾ ਝੂਠ ਹੈ। ਜਿਹੜੀ ਹਿੰਦੀ ਹੈ ਉਹ ਕੇਂਦਰ ਸਰਕਾਰ ਦੀ ਕੇਂਦਰੀ ਭਾਸ਼ਾ ਹੈ, ਦਫ਼ਤਰੀ ਭਾਸ਼ਾ ਹੈ। ਸਾਰੀਆਂ ਭਾਸ਼ਾਵਾਂ 22 ਭਾਸ਼ਾਵਾਂ ਇੰਡੀਆ ਦੀਆਂ ਰਾਸ਼ਟਰੀ ਭਾਸ਼ਾਵਾਂ ਨੇ। ਠੀਕ ਹੈ ਬੱਚਿਓ, ਸੋ ਇਹ ਗੱਲ ਬੜੀ ਇੰਪੋਰਟੈਂਟ ਹੈਗੀ ਹੈ। ਬੰਗਾਲੀਆਂ ਦੀ ਰਾਸ਼ਟਰ ਭਾਸ਼ਾ ਬੰਗਾਲੀ, ਤਮਿਲਾਂ ਦੀ ਰਾਸ਼ਟਰ ਭਾਸ਼ਾ ਤਮਿਲ, ਉੜੀਆ ਲੋਕਾਂ ਦੀ ਰਾਸ਼ਟਰ ਭਾਸ਼ਾ ਉੜੀਆ, ਅਤੇ ਇਸ ਤਰ੍ਹਾਂ ਤੇਲਗੂ ਲੋਕਾਂ ਦੀ ਰਾਸ਼ਟਰ ਭਾਸ਼ਾ ਤੇਲਗੂ, ਕਰਨਾਟਕਾ ਦੇ ਲੋਕਾਂ ਦੀ ਰਾਸ਼ਟਰ ਭਾਸ਼ਾ ਕੰਨੜ, ਅਤੇ ਪੰਜਾਬ ਦੇ ਲੋਕਾਂ ਦੀ ਰਾਸ਼ਟਰ ਭਾਸ਼ਾ ਪੰਜਾਬੀ। ਸੋ ਹਿੰਦੀ ਜਿਹੜੀ ਹੈ ਕੇਂਦਰ ਸਰਕਾਰ ਦੀ ਦਫ਼ਤਰੀ ਭਾਸ਼ਾ ਹੈ, ਜਾਂ ਅਸੀਂ ਕਹਿੰਦੇ ਯੂਪੀ ਦੀ ਰਾਜ ਭਾਸ਼ਾ ਹੈ, ਜਾਂ ਮੱਧ ਪ੍ਰਦੇਸ਼ ਦੀ ਰਾਜ ਭਾਸ਼ਾ ਹੈ, ਜਾਂ ਰਾਜਸਥਾਨ ਦੀ ਰਾਜ ਭਾਸ਼ਾ ਹੈ। ਸੋ ਇਹ ਗੱਲ ਬੜੀ ਇੰਪੋਰਟੈਂਟ ਹੈ। ਇੰਡੀਆ ਇਜ਼ ਅ ਮਲਟੀ ਕਲਚਰਲ ਮਲਟੀ ਲਿੰਗੁਅਲ ਨੇਸ਼ਨ। ਇੱਥੇ ਕਿੰਨੇ ਸਾਰੇ ਸੱਭਿਆਚਾਰ ਨੇ, ਇੱਥੇ ਕੱਥਕ ਵੀ ਹੈਗਾ, ਇੱਥੇ ਭੰਗੜਾ ਵੀ ਹੈਗਾ, ਇੱਥੇ ਇਡਲੀ ਡੋਸਾ ਵੀ ਹੈਗਾ, ਅਤੇ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਵੀ ਹੈਗਾ। ਅਤੇ ਕਿਸੇ ਵੀ ਸਾਡੇ ਦੇਸ਼ ਵਿੱਚ ਕੋਈ ਬੰਦਾ ਇਹ ਵਿਚਾਰ ਕਦੀ ਨਾ ਲਿਆਵੇ ਕਿ ਮੈਂ ਸਾਰੇ ਦੇਸ਼ 'ਤੇ ਇੱਕੋ ਜਿਹਾ ਬੋਲੀ, ਇੱਕੋ ਜਿਹਾ ਪਹਿਰਾਵਾ, ਇੱਕੋ ਜਿਹੀ ਸੋਚ ਹਾਵੀ ਕਰ ਲਵਾਂ। ਠੀਕ ਹੈ, ਸੋ ਇੱਥੇ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਇੰਡੀਆ 'ਚ 130 ਕਰੋੜ ਤੋਂ ਉੱਪਰ ਬੰਦੇ ਨੇ ਜੋ ਵੱਖ-ਵੱਖ ਬੋਲੀਆਂ ਬੋਲਦੇ ਨੇ, ਵੱਖ-ਵੱਖ ਖਾਣਾ ਖਾਂਦੇ ਨੇ, ਵੱਖ-ਵੱਖ ਪਹਿਰਾਵਾ ਹੈ ਉਹਨਾਂ ਦਾ, ਉਹ ਵੱਖ-ਵੱਖ ਉਹਨਾਂ ਦੀ ਮਨੌਤਾਂ ਹੈਗੀਆਂ ਨੇ, ਉਹਨਾਂ ਦੇ ਵੱਖ-ਵੱਖ ਵਿਚਾਰ ਨੇ, ਅਤੇ ਸਾਰੇ ਪ੍ਰਵਾਨ ਨੇ। ਔਰ ਇਹਦੇ ਵਿੱਚ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਸਾਨੂੰ ਇਹ ਸਾਰੀਆਂ ਜਿਹੜੀਆਂ ਵਖਰੇਵੇਂ ਨੇ ਇਹਨਾਂ ਦੇ ਨਾਲ ਜੀਣ ਦੀ ਆਦਤ ਪਾਉਣੀ ਚਾਹੀਦੀ ਹੈ। ਠੀਕ ਹੈ ਬੱਚਿਓ, ਰਲ ਮਿਲ ਕੇ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ। ਅਗਲੀ ਗੱਲ ਦੇਖੀਏ, ਨੇਸ਼ਨ ਇਜ਼ ਬਿਲਟ ਬਾਈ ਦੀ ਕੋਲੈਕਟਿਵ ਐਫਰਟ। ਐਫਰਟ ਹੁੰਦਾ ਬੱਚਿਓ ਮਿਹਨਤ, ਮੁਸ਼ੱਕਤ, ਅਤੇ ਕੋਲੈਕਟਿਵ ਨੇ ਸਾਂਝਾ, ਕੋਲੈਕਟਿਵ ਸਾਂਝੇ ਐਫਰਟ। ਮਤਲਬ ਕਿ ਦੇਸ਼ ਕਿਵੇਂ ਬਣਦਾ ਹੈ? ਦੇਸ਼ ਇੱਕ ਪ੍ਰਧਾਨ ਮੰਤਰੀ ਨਾਲ ਨਹੀਂ ਬਣਦਾ, ਜਾਂ ਸੂਬਾ ਇੱਕ ਮੁੱਖ ਮੰਤਰੀ ਨਾਲ ਨਹੀਂ ਬਣਦਾ। ਉਹ ਕੀ ਕਰ ਲਏਗਾ? ਕੁਛ ਵੀ ਨਹੀਂ ਕਰ ਸਕਦਾ, ਉਹ ਤਾਂ ਨੁਮਾਇੰਦਾ ਹੈਗਾ। ਸੋ ਕਿੱਦਾਂ ਬਣਦਾ? ਨੇਸ਼ਨ ਇਜ਼ ਬਿਲਟ ਬਾਈ ਦੀ ਕੋਲੈਕਟਿਵ ਐਫਰਟਸ ਆਫ ਆਲ ਇਟਸ ਸਿਟੀਜ਼ਨਸ। ਦੇਸ਼ ਅਗਰ ਜੇ ਬਣਦਾ ਹੈ ਤੇ ਸਾਰੇ ਦੇਸ਼ ਦੇ ਨਾਗਰਿਕਾਂ ਦੇ ਸਾਂਝੇ ਯਤਨਾਂ ਨਾਲ ਬਣਦਾ ਹੈ। ਸੋ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਮਾਈਕਰੋ ਲੈਵਲ 'ਤੇ ਹੁਣ ਮੰਨ ਲਓ ਇੱਕ ਘਰ ਵਿੱਚ 10 ਮੈਂਬਰ ਹੋਣ, ਅਤੇ ਉਸ ਘਰ ਵਿੱਚ ਸਿਰਫ 2 ਹੀ ਬੰਦੇ ਕੰਮ ਕਰਨ ਵਾਲੇ ਹੋਣ, ਅਤੇ ਬਾਕੀ 8 ਸੁੱਤੇ ਹੀ ਰਹਿਣ, ਅਤੇ ਕੀ ਉਹ ਘਰ ਕਦੀ ਤਰੱਕੀ ਕਰ ਸਕੇਗਾ? ਕਦੀ ਵੀ ਨਹੀਂ ਕਰ ਸਕੇਗਾ, ਕਦੀ ਵੀ ਨਹੀਂ ਕਰ ਸਕੇਗਾ। ਜੇ ਉਹ ਘਰ ਦੇ ਵਿੱਚ 10 ਦੇ 10 ਬੰਦੇ, ਹੋ ਸਕਦਾ ਹੈ ਕੋਈ ਘੱਟ ਕੰਮ ਕਰਦਾ, ਕੋਈ ਜ਼ਿਆਦਾ ਕੰਮ ਕਰਦਾ ਹੈ, ਜੇ 10 ਦੇ 10 ਕੰਮ ਕਰਨਗੇ, ਆਪਣੀ ਜ਼ਿੰਮੇਵਾਰੀ ਨਿਭਾਉਣਗੇ, ਫਿਰ ਉਹ ਘਰ ਬਹੁਤ ਤਰੱਕੀ ਕਰੇਗਾ। ਇਹੀ ਗੱਲ ਪਿੰਡ 'ਤੇ ਲਾਗੂ ਹੁੰਦੀ ਹੈ, ਇਹੀ ਗੱਲ ਫਿਰ ਜ਼ਿਲ੍ਹੇ 'ਤੇ ਲਾਗੂ ਹੁੰਦੀ ਹੈ, ਇਹੀ ਗੱਲ ਸੂਬੇ 'ਤੇ ਲਾਗੂ ਹੁੰਦੀ ਹੈ, ਇਹੀ ਗੱਲ ਪੂਰੇ ਦੇਸ਼ 'ਤੇ ਲਾਗੂ ਹੁੰਦੀ ਹੈ। ਜਦੋਂ ਸਾਰੇ ਲੋਕ ਆਪਣਾ ਆਪਣਾ ਫਰਜ਼ ਨਿਭਾਉਣਗੇ, ਆਪਣਾ ਆਪਣਾ ਕੰਮ ਕਰਨਗੇ, ਹਵਾ ਸਾਫ਼ ਰੱਖਣਗੇ, ਪਾਣੀ ਸਾਫ਼ ਰੱਖਣਗੇ, ਗੰਦ ਨਹੀਂ ਪਾਉਣਗੇ, ਆਪਣੇ ਘਰ ਦੇ ਕਚਰੇ ਨੂੰ ਵੰਡ ਕੇ ਰੱਖਣਗੇ, ਪਲਾਸਟਿਕ ਨੂੰ ਵੱਖਰਾ ਰੱਖਣਗੇ, ਖਾਣ ਪੀਣ ਦੀ ਚੀਜ਼ਾਂ ਨੂੰ ਵੱਖਰਾ ਰੱਖਣਗੇ, ਲੋਹਾ ਅਤੇ ਜਿਹੜਾ ਕਾਗਜ਼ ਹੈਗਾ ਉਹਨੂੰ ਵੱਖਰਾ ਕਰਨਗੇ, ਉਹਨੂੰ ਰੀਸਾਈਕਲ ਕਰਨਗੇ, ਹੈ ਨਾ, ਪਾਣੀ ਦੀ ਬੱਚਤ ਕਰਨਗੇ, ਬਿਜਲੀ ਦੀ ਬੱਚਤ ਕਰਨਗੇ। ਸੋ ਸਾਰੇ ਜ਼ਿਲ੍ਹੇ ਆਪਣਾ ਯੋਗਦਾਨ ਪਾਉਣਗੇ ਅਤੇ ਆਪੇ ਹੀ ਜਿਹੜਾ ਪ੍ਰਦੂਸ਼ਣ ਵੀ ਠੀਕ ਹੋ ਜਾਏਗਾ ਅਤੇ ਦੇਸ਼ ਤਰੱਕੀ ਕਰੇਗਾ। ਸੋ ਇਸ ਤਰ੍ਹਾਂ ਬੱਚਿਓ ਇਹ ਗੱਲਾਂ ਹੁੰਦੀਆਂ ਨੇ। ਘਰ, ਘਰ ਤੋਂ ਪਿੰਡ, ਪਿੰਡ ਤੋਂ ਫਿਰ ਜ਼ਿਲ੍ਹਾ, ਜ਼ਿਲ੍ਹੇ ਤੋਂ ਫਿਰ ਸੂਬਾ, ਸੂਬੇ ਤੋਂ ਦੇਸ਼, ਅਤੇ ਦੇਸ਼ਾਂ ਤੋਂ ਹੀ ਫਿਰ ਸਾਰੀ ਜਿਹੜੀ ਹੈ ਧਰਤੀ, ਪਲੈਨਟ ਜਿਹੜਾ ਗ੍ਰਹਿ ਕਹਿੰਦੇ ਆ, ਉਹ ਠੀਕ ਹੁੰਦਾ ਹੈ। ਜਿੱਦਾਂ ਅਸੀਂ ਸਾਡੀਆਂ ਦੇਸ਼ ਹੈ, ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨਸ ਬਣਿਆ, ਸਾਰੇ ਦੇਸ਼ਾਂ ਦਾ ਇੱਕ ਸੰਗਠਨ ਬਣਿਆ ਹੋਇਆ ਹੈ। ਜੇ ਸਾਰੇ ਦੇਸ਼ ਦੇ ਨੁਮਾਇੰਦੇ ਜਾਂਦੇ ਨੇ, ਉਹ ਕਈ ਗੱਲਾਂ 'ਤੇ ਜਿਹੜੇ ਪੂਰੀ ਧਰਤੀ ਨਾਲ ਜੁੜੀ ਮਸਲੇ ਨੇ ਉਹਨਾਂ ਬਾਰੇ ਵਿਚਾਰਾਂ ਕਰਦੇ ਨੇ ਅਤੇ ਫੈਸਲਾ ਕਰਦੇ ਨੇ। ਸੋ ਇਹ ਸਾਂਝੇ ਯਤਨਾਂ ਦੇ ਨਾਲ ਹੀ ਸਾਰੇ ਕੰਮ ਹੁੰਦੇ ਨੇ। ਕੋਈ ਇੱਕ ਬੰਦਾ ਕੋਈ ਜਾਦੂ ਦਾ ਡੰਡਾ ਘੁਮਾ ਕੇ ਕੁਛ ਨਹੀਂ ਕਰ ਸਕਦਾ। ਉਹ ਤਾਂ ਸਿਰਫ ਕਥਾ ਕਹਾਣੀਆਂ ਵਿੱਚ ਹੁੰਦਾ ਹੈ ਵੀ ਇੱਦਾਂ ਡੰਡਾ ਘੁਮਾਇਆ ਅਤੇ ਇਹ ਹੋ ਗਿਆ, ਅਤੇ ਇੱਦਾਂ ਮਤਲਬ ਕਿ ਡੰਡਾ ਘੁਮਾਇਆ ਅਤੇ ਇਹ ਹੋ ਗਿਆ। ਜੋ ਅਸਲੀਅਤ ਹੈਗੀ ਹੈ ਉਹ ਇਹ ਵੇ ਕਿ ਜਦ ਤੱਕ ਤੁਸੀਂ ਹਲ ਨਹੀਂ ਵਾਓਗੇ, ਜਦ ਤੱਕ ਬੀਜ ਨਹੀਂ ਬੀਜੋਗੇ, ਸੁਹਾਗਾ ਨਹੀਂ ਫੇਰੋਗੇ,
नदीन नहीं पुट्टोगे, पानी नहीं दोगे, वाड़ नहीं लाओगे, तद तक ਤੁਹਾਨੂੰ फसल प्राप्त नहीं होएगी। अर्थात सहज पके तो मीठा होए ते नाल जद तक मेहनत नहीं करांगे, ਵਿਉਂਤਬੰਦੀ ਨਾਲ ਕੰਮ नहीं करांगे, सोच विचार के विवेक बुद्धि ਨਾਲ ਕੰਮ नहीं करांगे, तद तक ਸਾਨੂੰ नतीजे भी प्राप्त नहीं हो सकते। ਹੁਣ आगे बच्चों राइट ट्रू और फॉल्स। ठीक है, ਹੁਣ कुछ कथन ਦਿੱਤੇ ਹੋਏ ਨੇ, ਅਸੀਂ ਇਹਦੇ ਬਾਰੇ ਲਿਖਣਾ ਹੈ ਵੀ ਇਹ ਗੱਲ ਸਹੀ ਹੈ ਜਾਂ ਗਲਤ ਹੈ। ਜੇ ਲੈਸਨ ਪੜ੍ਹਿਆ ਤੇ ਸਾਨੂੰ ਫਟ ਪਤਾ ਲੱਗ ਜਾਏਗਾ। ਸੋ 1857 ਵਾਜ਼ ਨਾਟ ਐਨ ਆਰਡੀਨਰੀ ਈਅਰ। 1857 ਦਾ ਸਾਲ ਸਧਾਰਨ ਸਾਲ ਨਹੀਂ ਸੀ। ਇਹ ਗੱਲ ਬਿਲਕੁਲ ਸਹੀ ਹੈ। ਲੈਸਨ ਦੇ ਸ਼ੁਰੂ ਵਿੱਚ ਇਹ ਗੱਲ ਲਿਖੀ ਹੈ, ਸੋ ਅਸੀਂ ਲਿਖ ਦਿੱਤਾ ਟਰੂ, ਇਹ ਸਹੀ ਹੈ। ਦੀ ਬ੍ਰਿਟਿਸ਼ ਗਵਰਨਮੈਂਟ ਵਾਜ਼ ਨਾਟ ਵੈਰੀ ਪਾਵਰਫੁਲ। ਅਰਥਾਤ ਗੋਰਿਆਂ ਦੀ ਸਰਕਾਰ ਤਾਕਤਵਰ ਨਹੀਂ ਸੀ। ਇਹ ਗੱਲ ਗਲਤ ਹੈਗੀ ਹੈ। ਉਹ 'ਚ ਲਿਖਿਆ ਬ੍ਰਿਟਿਸ਼ ਗਵਰਨਮੈਂਟ ਵਾਜ਼ ਵੈਰੀ ਪਾਵਰਫੁਲ। ਸੋ ਇਹ ਗੱਲ ਫਾਲਸ ਹੋ ਗਈ, ਝੂਠੀ ਹੋ ਗਈ। 66 ਕੂਕਾ ਸਿੱਖ ਸਰੈਂਡਰਡ ਦੈਮਸੈਲਸ। ਇਹ ਗੱਲ ਬਿਲਕੁਲ ਸਹੀ ਹੈ। ਉਹ 66 ਕੂਕਾ ਸਿੱਖਾਂ ਨੇ ਆਪਣੇ ਆਪ ਨੂੰ ਹਮਲਾ ਕਰਨ ਤੋਂ ਬਾਅਦ ਕਾਨੂੰਨ ਦੇ ਹਵਾਲੇ ਕਰ ਦਿੱਤਾ ਸੀ। ਸੋ ਇਹ ਗੱਲ ਟਰੂ ਹੈ। ਮਿਸਟਰ ਕੋਵਨ ਵਾਜ਼ ਐਨ ਇੰਡੀਅਨ ਆਫਿਸਰ। ਨਹੀਂ, ਇਹ ਗੱਲ ਗਲਤ ਹੈ। ਮਿਸਟਰ ਕੋਵਨ ਵਾਜ਼ ਅ ਬ੍ਰਿਟਿਸ਼ ਆਫਿਸਰ। ਸੋ ਇਹ ਗੱਲ ਗਲਤ ਹੋ ਗਈ, ਇਟਸ ਫਾਲਸ। ਹੁਣ ਦੇਖੋ ਤੇ ਇੰਡੀਅਨ ਹੈ ਨਾ ਬੱਚੇ, ਉੱਤੇ ਐਨ ਆਇਆ। ਕਿਉਂ? ਜਿਹੜੇ ਮੈਂ ਇੰਡੀਅਨ ਨੂੰ ਪੰਜਾਬੀ 'ਚ ਲਿਖਾਂਗਾ ਤੇ ਈਡੀ ਤੋਂ ਸ਼ੁਰੂ ਹੋਏਗਾ, ਇਸ ਕਰਕੇ ਐਨ ਆਏਗਾ। ਤੇ ਜੇ ਉਹਦਾ ਬ੍ਰਿਟਿਸ਼, ਹੀ ਵਾਜ਼ ਅ ਬ੍ਰਿਟਿਸ਼ ਆਫਿਸਰ, ਕਿਉਂਕਿ ਬੱਬੇ ਤੋਂ ਆਉਣਾ ਸੀ ਸ਼ੁਰੂ ਬ੍ਰਿਟਿਸ਼, ਫਿਰ ਬ੍ਰਿਟਿਸ਼ ਹੁੰਦਾ ਤੇ ਇਹ ਆਉਣਾ ਸੀਗਾ, ਇੰਡੀਅਨ ਹੈ ਤੇ ਐਨ ਆ ਗਿਆ। ਠੀਕ ਹੈ। ਵਰਿਆਮ ਸਿੰਘ ਕਲੈਕਟਡ ਸਮ ਪੈਬਲਸ। ਪੈਬਲ ਬਣੇ ਰੋੜੇ, ਛੋਟੇ ਪੱਥਰ। ਸਟੂਡ ਅਪੋਨ ਦੈਮ ਐਂਡ ਚੈਲੰਜ ਦ ਬ੍ਰਿਟਿਸ਼ਰਸ ਟੂ ਫਾਇਰ। ਉਹ ਉਹਨਾਂ ਤੇ ਖੜਾ ਹੋ ਗਿਆ ਤੇ ਉਹਨੇ ਬ੍ਰਿਟਿਸ਼ ਲੋਕਾਂ ਨੂੰ, ਬ੍ਰਿਟਿਸ਼ ਅਫਸਰਾਂ ਨੂੰ ਗੋਲਾ ਚਲਾਉਣ ਲਈ ਵੰਗਾਰ ਪਾਈ। ਸੋ ਇਹ ਗੱਲ ਸਹੀ ਹੈ, ਟਰੂ ਹੈ, ਕਿਉਂਕਿ ਉਹ 'ਚ ਪੜ੍ਹਿਆ ਕਿ ਵਰਿਆਮ ਸਿੰਘ ਜਿਹੜਾ ਸੀ ਉਹ ਛੋਟੇ ਕੱਦ ਦਾ ਸੀਗਾ, ਉਹਦਾ ਮੂੰਹ ਤੋਪ ਦੇ ਗੋਲੇ ਤੱਕ ਨਹੀਂ ਪਹੁੰਚ ਰਿਹਾ ਸੀਗਾ। ਉਹਨੇ ਥੱਲੇ ਰੋੜਿਆਂ ਦੀ ਢੇਰੀ ਲਾਈ ਤੇ ਢੇਰੀ 'ਤੇ ਖੜਾ ਹੋ ਕੇ ਉਹਦਾ ਮੂੰਹ ਫਿਰ ਉੱਤੇ ਪਹੁੰਚ ਗਿਆ ਤੇ ਉਹਨੇ ਕਿਹਾ ਚਲਾਓ ਹੁਣ ਗੋਲਾ, ਮੈਂ ਤਿਆਰ ਹਾਂ ਸ਼ਹੀਦ ਹੋਣ ਲਈ। ਸੋ ਮੇਰੇ ਖਿਆਲ ਪਿਆਰੇ ਬੱਚਿਓ, ਇਹਦੇ ਨਾਲ ਹੀ ਇਹ ਲੈਸਨ ਸਮਾਪਤ ਹੁੰਦਾ ਹੈ। ਸੋ ਮੈਂ ਆਸ ਕਰਦਾ ਇਸ ਵੀਡੀਓ ਰਾਹੀਂ ਤੁਸੀਂ ਆਪਣਾ ਲੈਟਸ ਆਨਸਰ ਦੇ ਸਾਰੇ ਸੈਕਸ਼ਨ ABC ਉਹ ਚੰਗੀ ਤਰ੍ਹਾਂ ਸਮਝ ਲਏ ਹੋਣਗੇ। ਮੈਂ ਸੈਂਟੈਂਸਿਸ 'ਤੇ ਜ਼ਿਆਦਾ ਸਮਾਂ ਲਗਾਇਆ ਕਿਉਂਕਿ ਉਹ ਇਹਨਾਂ ਤੁਹਾਡੀ ਬੋਲੀ ਦੀ ਮੁਹਾਰਤ ਵਧੇਗੀ, ਅਤੇ ਨਾਲ ਮੈਂ ਕੁਛ ਜਿਹੜੇ ਸਾਡੇ ਸਮਾਜਿਕ ਚਲੰਤ ਮਸਲੇ ਨੇ ਉਹਨਾਂ ਨੂੰ ਤੁਹਾਡੀ ਸੁਰਤ ਉਸ ਪਾਸੇ ਧਿਆਨ ਲਿਆਉਣ ਦੀ ਜ਼ਰੂਰਤ ਕੀਤੀ ਹੈ। ਕਿਉਂਕਿ ਇਹ ਮੇਰਾ ਮੰਨਣਾ ਹੈ ਕਿ ਪੜ੍ਹਾਈ ਸਿਰਫ ਰੱਟਾ ਲਾ ਕੇ ਨੰਬਰ ਲੈਣ ਲਈ ਨਹੀਂ ਹੁੰਦੀ, ਪੜ੍ਹਾਈ ਕੁਝ ਸਿੱਖਣ ਲਈ ਹੁੰਦੀ ਹੈ। ਸੋ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।